ਹਾਜ਼ਰੀਨ ਮੁਅੱਜ਼ਜ਼ ਅੱਜ ਦਾ ਜਿਹੜਾ ਸਾਡਾ ਆਨਲਾਈਨ ਕਲਾਸ ਹੈਗੀ ਹੈ, ਆਨਲਾਈਨ ਵਿਖਿਆਨ ਹੈਗਾ ਇਸ ਸ਼੍ਰੰਖਲਾ ਦਾ। ਉਹਦੇ ਵਿੱਚ ਅਸੀਂ ਨਾਟਕ ਦੇ ਸੰਦਰਭ ਦੇ ਵਿੱਚ ਔਰ ਜਿਹੜੀ ਵਾਰਤਕ ਦੇ ਸੰਦਰਭ ਦੇ ਵਿੱਚ ਮੁਖਤਸਰ ਰੂਪ ਦੇ ਵਿੱਚ ਜਿਹੜੀ ਹੈਗੀ ਆ ਬਰੀਫ ਦੇ ਵਿੱਚ ਚਰਚਾ ਕਰਾਂਗੇ। ਤੋ ਸਭ ਤੋਂ ਪਹਿਲਾਂ ਅਸੀਂ ਆਪਣੀ ਇਸ ਕੜੀ ਦੇ ਵਿੱਚ ਸਰਵਪ੍ਰਥਮ ਨਾਟਕ ਨੂੰ ਜਿਹੜਾ ਆਪਾਂ ਉਹਦੇ ਪ੍ਰਕਿਰਤੀ ਬਾਰੇ, ਉਹਦੇ ਇਤਿਹਾਸ ਬਾਰੇ, ਉਹਦੀ ਪ੍ਰਿਸ਼ਠ ਭੂਮੀ ਦੇ ਬਾਰੇ ਚਰਚਾ ਕਰਨ ਦਾ ਯਤਨ ਕਰਾਂਗੇ। ਤੋ ਨਾਟਕ ਤੋ ਨਾਟਕ ਕੀ ਹੈ, ਮੂਲ ਰੂਪ ਦੇ ਵਿੱਚ ਨਾਟਕ ਦਾ ਇਤਿਹਾਸ ਕੀ ਹੈਗਾ ਜਾਂ ਨਾਟਕ ਦੀ ਪਰਿਭਾਸ਼ਾ ਕੀ ਹੈਗੀ ਹੈ। ਨਾਟਕ ਦੀ ਪਰਿਭਾਸ਼ਾ ਮੂਲ ਰੂਪ ਦੇ ਵਿੱਚ ਕੀ ਦਿੱਤੀ ਹੈਗੀ ਹੈ, ਜਿਹੜਾ ਕਿ ਪੱਛਮ ਦਾ ਬੜਾ ਵੱਡਾ ਕਾਵਿ ਸ਼ਾਸਤਰੀ ਹੈ, ਪੱਛਮ ਦੇ ਕਾਵਿ ਸ਼ਾਸਤਰ ਦਾ ਪਿਤਾਮਾ ਹੈ, ਉਹ ਨਾਟਕ ਨੂੰ ਅਨੁਕਰਨ, ਸਾਹਿਤ ਨੂੰ ਅਨੁਕਰਨ ਮੰਨਦਾ ਅਤੇ ਨਾਟਕ ਨੂੰ ਸਾਹਿਤ ਦਾ ਰੂਪ ਮੰਨਦਾ ਖਰ, ਔਰ ਜ਼ਿੰਦਗੀ ਦਾ ਇੱਕ ਅਨੁਕਰਨ ਹੈ, ਜ਼ਿੰਦਗੀ ਦੀ ਇੱਕ ਨਕਲ ਹੈ, ਨਾਟਕ ਹੈ। ਡਾਕਟਰ ਸੁਰਜੀਤ ਸਿੰਘ ਸੇਠੀ ਨਾਟਕ ਦੀ ਪਰਿਭਾਸ਼ਾ ਕਰਦੇ ਲਿਖਦੇ ਨੇ ਕਿ ਜ਼ਿੰਦਗੀ ਦੇ ਵਿੱਚ ਅਕਸਰ ਬੰਦਾ ਜਿਹੜਾ ਹੈਗਾ, ਇਨਸਾਨ ਹੈ, ਉਹ ਦੋ ਜ਼ਿੰਦਗੀਆਂ ਨੂੰ ਜਿਉਂਦਾ ਹੈਗਾ। ਇੱਕ ਵਾਰੀ ਤਾਂ ਉਹ ਰੀਅਲ ਦੇ ਵਿੱਚ ਆਪਦੀ ਅਸਲੀ ਜਿਹੜੀ ਜ਼ਿੰਦਗੀ ਹੈਗੀ ਆ, ਆਪਣੀ ਅਸਲੀ ਜ਼ਿੰਦਗੀ ਨੂੰ ਜਿਉਂਦਾ ਹੈ, ਮਾਣਦਾ ਹੈ। ਦੂਜੀ ਵਾਰੀ ਉਹ ਜਿਹੜੀ ਜ਼ਿੰਦਗੀ ਹੈ ਉਹ ਡਾਇਸ ਦੇ ਉੱਪਰ, ਮੰਚ ਦੇ ਉੱਪਰ ਜਿਹੜੀ ਹੈਗੀ ਹੈ ਆਪਣੀ ਜ਼ਿੰਦਗੀ ਮਾਣਦਾ ਹੈਗਾ। ਤੋ ਉਹ ਜੋ ਡਾਇਸ ਦੇ ਉੱਪਰ ਉਹਦੀ ਜ਼ਿੰਦਗੀ ਮਾਣੀ ਜਾਂਦੀ ਹੈ, ਡਾਇਸ ਦਾ ਉਹਦਾ ਜਿਹੜਾ ਸਫ਼ਰ ਹੈਗਾ ਵਾ, ਉਸ ਨੂੰ ਨਾਟਕ ਆਖਿਆ ਜਾਂਦਾ ਹੈ। ਬਰਟੋਲਟ ਬ੍ਰੈਖਟ ਨੇ ਜਿਹੜਾ ਹੈਗਾ ਨਾਟਕ ਦੇ ਸੰਦਰਭ ਦੇ ਵਿੱਚ ਆਪਣੇ ਜਿਹੜੀ ਉਹਨੇ ਪ੍ਰਕਿਰਤੀ ਨੂੰ ਦੱਸਿਆ ਹੈਗਾ, ਨਾਟਕ ਦੀ ਵਿਸ਼ੇਸ਼ਤਾ ਨੂੰ ਬਿਆਨ ਕਰਦਿਆਂ ਦੱਸਿਆ ਕਿ ਨਾਟਕ ਇੱਕ ਤੇਜ਼ ਬੁਖਾਰ ਵਰਗਾ ਹੈਗਾ, ਜਿਹਦੇ ਵਿੱਚ ਇਨਸਾਨ ਦੀਆਂ ਸ਼ਕਤੀਆਂ ਕੇਂਦਰਿਤ ਹੋ ਕੇ ਇੱਕ ਸਿਰੇ 'ਤੇ ਆ ਕੇ ਨੱਚਣ ਲੱਗ ਜਾਂਦੀਆਂ ਨੇ। ਉਹ ਬਰੜਾ ਉੱਠਦਾ ਹੈ ਔਰ ਜਾਂ ਤਾਂ ਉਹ ਹੌਲਾ ਫੁੱਲ ਹੋ ਜਾਂਦਾ ਹੈ ਔਰ ਜਾਂ ਉਹ ਮਰ ਜਾਂਦਾ ਹੈ। ਤੋ ਇਸ ਪ੍ਰਕਾਰ ਨਾਟਕ ਨੂੰ ਅਲੱਗ-ਅਲੱਗ ਵਿਦਵਾਨਾਂ ਨੇ, ਵੱਖਰੇ-ਵੱਖਰੇ ਵਿਦਵਾਨਾਂ ਨੇ ਆਪਣੇ ਆਪਣੇ ਨਜ਼ਰੀਏ ਤੋਂ, ਆਪਣੇ ਆਪਣੇ ਜਾਵੀਏ ਤੋਂ, ਆਪਣੀ ਜਿਹੜੀ ਸੋਚ ਦੇ ਐਂਗਲ ਤੋਂ ਜਿਹੜਾ ਹੈਗਾ ਉਹਨੂੰ ਐਕਸਪਲੇਨ ਕੀਤਾ ਹੈਗਾ। ਤੋ ਸਰਵਪ੍ਰਥਮ ਹੁਣ ਅਸੀਂ ਨਾਟਕ ਦੇ ਜਿਹੜੇ ਪਿਛੋਕੇ ਬਾਰੇ ਗੱਲ ਕਰਾਂਗੇ। ਭਾਰਤ ਦੇ ਵਿੱਚ ਨਾਟਕ ਦਾ ਜਿਹੜਾ ਪਿਛੋਕੜ ਹੈ ਉਹ ਓਨਾ ਹੀ ਪੁਰਾਣਾ ਹੈ ਜਿੰਨਾ ਕਿ ਰਿਗਵੇਦ ਦੀ ਸੱਭਿਅਤਾ ਪੁਰਾਣੀ ਹੈ। ਜਿੰਨਾ ਰਿਗਵੇਦ ਪੁਰਾਣਾ ਹੈ ਓਨਾ ਹੀ ਨਾਟਕ ਦਾ ਜਿਹੜਾ ਭਾਰਤ ਦੇ ਵਿੱਚ ਇਤਿਹਾਸ ਜਿਹੜਾ ਉਹ ਪੁਰਾਣਾ ਹੈਗਾ। ਤੋ ਭਰਤ ਮੁਨੀ ਦੇ ਨਾਟਯ ਸ਼ਾਸਤਰ ਦੇ ਵਿੱਚ ਭਰਤ ਦਾ ਜਿਹੜਾ ਨਾਟਯ ਸ਼ਾਸਤਰ ਹੈ, ਭਰਤ ਮੁਨੀ ਦਾ ਜਿਹੜਾ ਗ੍ਰੰਥ ਹੈ ਉਹਦਾ ਨਾਮ ਨਾਟਯ ਸ਼ਾਸਤਰ ਹੈ। ਨਾਟਯ ਸ਼ਾਸਤਰ ਉਸ ਤੋਂ ਬਾਅਦ ਦੇ ਵਿੱਚ ਵਿਆਸ ਦਾ ਜਿਹੜਾ ਹੈਗਾ ਅਗਨੀ ਪੁਰਾਣ, ਅਗਨੀ ਪੁਰਾਣ। ਸਰਵਪ੍ਰਥਮ ਇਹਦੇ 'ਚ ਨਾਟਕ ਦੇ ਸੰਬੰਧੀ ਜਿਹੜੀ ਹੈਗਾ ਰਸ, ਉਹਦੀ ਸਮੀਖਿਆ, ਉਹਦੇ ਤੱਤਾਂ ਦਾ ਵਿਖਿਆਨ ਕੀਤਾ ਮਿਲਦਾ ਹੈਗਾ ਇਹਨਾਂ ਗ੍ਰੰਥਾਂ ਦੇ ਵਿੱਚ। ਇਹ ਪੁਰਾਤਨ ਗ੍ਰੰਥ ਨੇ, ਜਾਣੀ 72 ਈਸਵੀ ਦੇ ਵਿੱਚ ਭਰਤ ਨੇ ਨਾਟਯ ਸ਼ਾਸਤਰ ਲਿਖਿਆ ਹੈ ਔਰ ਅਗਨੀ ਪੁਰਾਣ ਦਾ ਸਮਾਂ ਜਿਹੜਾ ਉਸ ਤੋਂ ਵੀ ਪੁਰਾਤਨ ਹੈਗਾ। ਤੋ ਨਾਟਯ ਸ਼ਾਸਤਰ ਬੜਾ ਵਸੀਹ ਹੈ, ਬੜਾ ਵੱਡਾ ਗ੍ਰੰਥ ਹੈ, ਜਿਹਦੇ 'ਚ ਨਾਟਕ ਦੇ ਸਿਧਾਂਤ ਨੂੰ ਹੀ ਭਰਤ ਨੇ ਜਿਹੜਾ ਹੈਗਾ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ। ਭਰਤ ਕਹਿੰਦਾ ਹੈ ਕਿ ਪੁਰਾਤਨ ਨਾਟਕ ਜਿਹੜਾ ਪਹਿਲਾ ਨਾਟਕ ਸੀਗਾ ਉਹ ਉਸ ਵੇਲੇ ਖੇਡਿਆ ਗਿਆ ਜਿਸ ਵੇਲੇ ਦੇਵਰਾਜ ਇੰਦਰ ਨੇ ਦੈਂਤਾਂ ਦੇ ਉੱਪਰ ਸੀਗੀ ਜਿਹੜੀ ਉਹ ਫਤਿਹ ਹਾਸਲ ਕੀਤੀ। ਤੋ ਮਹਿੰਦਰਗਿਰੀ ਨਾਟਕ ਸੀਗਾ ਜਿਹੜਾ ਉਹ ਉਸ ਵੇਲੇ ਖੇਡਿਆ ਗਿਆ ਸੀਗਾ। ਤੋ ਇਸ ਪ੍ਰਕਾਰ ਜਿਹੜਾ ਨਾਟਕ ਦਾ ਮੁੱਢ ਹੈਗਾ ਵਾ ਉਹ ਦੇਵਤਿਆਂ ਤੋਂ ਵੱਜਦਾ ਹੈ, ਦੇਵਤੇ ਲੋਕਾਂ ਤੋਂ ਵੱਜਦਾ ਹੈ, ਆਰੀਅਨ ਲੋਕਾਂ ਤੋਂ ਵੱਜਦਾ ਹੈਗਾ। ਤੋ ਇਸ ਪ੍ਰਕਾਰ ਜਿਹੜੀ ਨਾਟਕ ਦੀ ਸੱਭਿਅਤਾ ਹੈਗੀ ਹੈ, ਨਾਟਕ ਦਾ ਜਿਹੜਾ ਪ੍ਰਿਸ਼ਠ ਭੂਮੀ ਹੈ ਉਹ ਵੈਦਿਕ ਸੱਭਿਅਤਾ ਦੇ ਨਾਲ ਜਾ ਕੇ ਜੁੜ ਜਾਂਦੀ ਹੈਗੀ ਹੈ, ਪੁਰਾਤਨ ਸੱਭਿਅਤਾ ਦੇ ਨਾਲ ਜੁੜ ਜਾਂਦੀ ਰਹੇਗੀ ਹੈ। ਤੋ ਇਸ ਤਰ੍ਹਾਂ ਨਾਟਕ ਦੇ ਵਿੱਚ ਭਾਸ਼ਾ ਤੋਂ ਇਲਾਵਾ ਸੰਗੀਤ ਦਾ ਵੀ ਸਮਨਵੈ ਉਸ ਵੇਲੇ ਹੋਇਆ ਕਰਦਾ ਸੀਗਾ। ਤੋ ਨਾਟਕ ਦੇ ਅੰਗ ਸੀਗੇ ਜਿਹੜੇ, ਜਿਵੇਂ ਸੰਬਕਰ ਹੈਗਾ ਵਾ, ਦੀਮ ਹੈਗਾ ਵਾ, ਉਸ ਤੋਂ ਬਿਨਾਂ ਮਿਰਗ ਹੈਗਾ ਵਾ। ਤੋ ਅਲੱਗ-ਅਲੱਗ ਨਾਟਕ ਦੇ ਇਹ ਅੰਗ ਹੁੰਦੇ ਸੀਗੇ, ਜਿਵੇਂ 1 ਅੰਗੀ, 2 ਅੰਗੀ ਜਾਂ 3 ਅੰਗੀ, 10 ਅੰਗਾਂ ਤੱਕ ਜਿਹੜੇ ਨਾਟਕ ਦੇ ਉਸ ਸਮੇਂ ਅੰਗ ਹੋਇਆ ਕਰਦੇ ਸੀਗੇ। ਉਹਦੇ ਵਿੱਚ ਬੀਜ, ਬਿੰਦੂ, ਪਤਾਕਾ ਅਤੇ ਪ੍ਰਕਰੀ ਜਿਹੜੀਆਂ ਹੈਗੀਆਂ ਕਥਾ ਦੀਆਂ ਜਿਹੜੀਆਂ ਕਿਸਮਾਂ ਹੁੰਦੀਆਂ ਸੀਗੀਆਂ ਅੱਗੇ ਉਹ ਵਿਖਿਆਤ ਕੀਤੀਆਂ ਜਾਂਦੀਆਂ ਸੀ। ਨਾਇਕ ਦੇ ਭੇਦ ਹੋਇਆ ਕਰਦੇ ਸਨ, ਧੀਰੋਦਾਤ ਹੁੰਦਾ ਸੀ, ਧੀਰ ਲਲਿਤ ਹੁੰਦਾ ਸੀ, ਧੀਰ ਪ੍ਰਸ਼ਾਂਤ ਹੁੰਦਾ ਸੀ।
तो ਧੀਰੋ ਦੱਤ ਹੁੰਦਾ ਸੀਗਾ। तो ਇਹ ਸਾਰੇ ਦੇ ਸਾਰੇ ਜਿਹੜਾ ਹੈਗਾ ਨਾਇਕ ਦੀਆਂ ਉਸ ਦਾ ਜਿਹੜਾ ਐਕਟਰ ਹੁੰਦਾ ਸੀਗਾ ਉਹਦੀਆਂ ਕਿਸਮਾਂ ਹੁੰਦੀਆਂ ਸਨ। तो नाटक ਦਾ ਜਿਹੜਾ ਪੁਰਾਤਨਤਾ ਹੈਗੀ, ਜਿਹੜਾ ਉਹਦਾ ਇਤਿਹਾਸ ਹੈਗਾ ਵਾ ਉਹ ਬੜਾ ਪ੍ਰਾਚੀਨ ਹੈ, ਬੜਾ ਵਸੀਹ ਹੈਗਾ। तो ਪੱਛਮ ਦੇ ਵਿੱਚ ਭਾਰਤ ਦੇ ਸਮਕਾਲੀਨ ਜਿਹੜਾ ਹੈਗਾ ਉਹ ਅਰਸਤੂ ਆਉਂਦਾ ਹੈਗਾ ਨਾ। ਭਾਰਤ ਦੇ ਸਮਕਾਲੀਨ ਜਿਹੜਾ ਅਰਸਤੂ ਹੈ, ਅਰਸਤੂ ਨੇ ਆਪਣਾ ਜਿਹੜਾ ਗ੍ਰੰਥ ਹੈ ਪੋਇਟਿਕਸ ਲਿਖਿਆ। ਪੋਇਟਿਕਸ ਦਾ ਪੰਜਾਬੀ ਅਨੁਵਾਦ ਹੁੰਦਾ ਹੈਗਾ ਕਾਵ ਸ਼ਾਸਤਰ ਜਿਹੜਾ ਹੈਗਾ ਉਹਨੇ ਲਿਖਿਆ। ਉਹਦੇ ਵਿੱਚ ਉਹਨੇ ਨਾਟਕ ਦੇ ਸੰਦਰਭ ਦੇ ਵਿੱਚ ਖਾਸ ਕਰਕੇ ਉਹਦੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਅਰਸਤੂ ਦੀ ਹੈਗੀ ਹੈ ਉਹ ਇਹ ਹੈ ਕਿ ਉਹਨੇ ਜਿਹੜਾ ਹੈਗਾ ਤਰਾਸਦੀ ਵਰਗਾ ਜਾਂ ਟ੍ਰੈਜਡੀ ਦਾ ਸੰਕਲਪ ਜਿਹੜਾ ਹੈਗਾ ਉਸ ਵੇਲੇ ਪ੍ਰਸਤੁਤ ਕੀਤਾ, ਟ੍ਰੈਜਡੀ ਦੇ ਸੰਕਲਪ ਨੂੰ ਪ੍ਰਸਤੁਤ ਕੀਤਾ ਆਪਣੇ ਪੋਇਟਿਕਸ ਦੇ ਵਿੱਚ। ਤੋ ਇਸ ਵੇਲੇ ਜਿਹੜਾ ਹੈਗਾ ਨਾਟਕ ਦਾ ਇਤਿਹਾਸ ਦੇ ਸੰਦਰਭ ਦੇ ਵਿੱਚ, ਨਾਟਕ ਦੇ ਪ੍ਰਿਸ਼ਠਭੂਮੀ ਦੇ ਸੰਦਰਭ ਦੇ ਵਿੱਚ ਭਾਰਤ ਦੀ ਪਰੰਪਰਾ ਬੜੀ ਗੌਰਵਸ਼ਾਲੀ ਰਹੀ ਹੈਗੀ ਹੈ। ਤੋ ਇੱਥੇ ਚੰਦਰਕ ਦਾ ਜਿਹੜਾ ਨਾਟਕਕਾਰ ਚੰਦਰਕ ਹੈਗਾ ਹੈ, ਮਾਲਤੀ ਮਾਧਵ ਹੈਗਾ ਹੈ, ਉਸ ਤੋਂ ਬਾਅਦ ਦੇ ਵਿੱਚ ਕਾਲੀਦਾਸ ਹੈ, ਭਾਸ਼ ਹੈ, तो फिर उस बाद नारायण है, विशाखा दत्त है, भवभूति है, हर्ष है, अश्वघोष है। तो सारे दे सारे ये पुरातन नाटककार ने, पुरातन नाटक लिखण वाले जिहड़े हैगे ने, काव नाटक लिखण वाले आचार्य ने। तो कालीदास दा नाम इन्हां विचों सब तो ज़्यादा जिहड़ा मशहूर है। उसके नाटकां दे विच रितु संहार है, मेघदूत हैगा, विक्रम उर्वशी है, अभिज्ञान शकुंतलम है। तो इन्हां नाटकां दे करके कालीदास नूं जिहड़ा हैगा ਉਹ ਆਪਣਾ ਭਾਰਤ ਦਾ ਸ਼ੈਕਸਪੀਅਰ ਕਿਹਾ ਜਾਂਦਾ ਹੈਗਾ। ਕਾਲੀਦਾਸ ਭਾਰਤੀ ਸ਼ੈਕਸਪੀਅਰ ਦੇ ਨਾਂ ਨਾਲ ਪ੍ਰਸਿੱਧ ਹੈ। तो ਇਹ ਸੀ ਸਾਡੇ ਨਾਟਕ ਦਾ ਇਤਿਹਾਸ, ਜਿਹੜਾ ਪ੍ਰਿਸ਼ਠਭੂਮੀ ਦਾ ਇਤਿਹਾਸ, ਜਿਹੜਾ ਪੁਰਾਤਨ ਇਤਿਹਾਸ ਹੈਗਾ। तो ਉਸ ਤੋਂ ਬਾਅਦ ਦੇ ਵਿੱਚ ਨਾਟਕ ਦੇ ਵਿੱਚ ਜੀ ਗੱਲ ਕਰੀਏ ਤੇ ਉਸ ਵੇਲੇ ਰਸ ਦੀ ਪ੍ਰਧਾਨਤਾ ਦੇ ਉੱਪਰ ਹੀ ਜ਼ੋਰ ਦਿੱਤਾ ਜਾਂਦਾ ਸੀ। ਨਾਟਕ ਦੇ ਵਿੱਚ ਰਸ ਦੀ ਮੂਲ ਰੂਪ ਦੇ ਵਿੱਚ ਰਸ ਦੀ ਪ੍ਰਧਾਨਤਾ ਨੂੰ ਹੀ ਵਿਚਾਰਿਆ ਜਾਂਦਾ ਸੀਗਾ। ਤਾਂ ਵਿਅਕਤੀ ਮੂਲਕ ਪਾਤਰਾਂ ਦੇ ਥਾਂ ਤੇ ਇੱਕ ਵਿਅਕਤੀ ਮੂਲਕ ਪਾਤਰਾਂ ਦਾ ਜਿਹੜਾ ਦੀ ਜਗ੍ਹਾ ਤੇ ਸਮੁਦਾਇਕ ਪਾਤਰ ਪੂਰੇ ਦੇ ਪੂਰੇ ਸਮੁਦਾਇ ਨੂੰ ਉੱਥੇ ਪਾਤਰ ਬਣਾ ਦਿੱਤਾ ਜਾਂਦਾ ਸੀਗਾ। ਪੂਰੇ ਇੱਕ ਸਮੁਦਾਇ ਨੂੰ, ਇੱਕ ਸਮਾਜ ਨੂੰ ਪਾਤਰ ਬਣਾ ਦਿੱਤਾ ਜਾਂਦਾ ਸੀਗਾ। ਔਰ ਇੱਕ ਗੱਲ ਹੀ ਹੋਰ ਵੀ ਸੀ ਇਹਦੇ ਵਿੱਚ, ਜਿਹੜਾ ਪੱਤਰ ਨਿਸ਼ਾਨੀਆਂ ਤੇ ਵਿਦੂਸ਼ਕ ਦੀ ਜਿਹੜੀ ਸੀ, ਵਿਦੂਸ਼ਕ ਹੁੰਦਾ ਅੱਜ ਦਾ, ਜਿਹਨੂੰ ਅਸੀਂ ਵਿਦੂਸ਼ਕ ਨੂੰ ਪੰਜਾਬੀ ਦੇ ਵਿੱਚ, ਜਦੋਂ ਸੰਸਕ੍ਰਿਤ ਦੇ ਵਿੱਚ ਵਿਦੂਸ਼ਕ ਹੁੰਦਾ ਮਸਖਰਾ, ਜੋ ਹਾਸਾ ਪੈਦਾ ਕਰਦਾ ਹੈ। ਇਹਨਾਂ ਚੀਜ਼ਾਂ ਦੀ ਵੀ ਜਿਹੜੀ ਸੀਗੀ ਬੜੀ ਅਹਿਮੀਅਤ ਹੁੰਦੀ ਸੀ ਉਸ ਵੇਲੇ, ਬੜੀ ਸਾਰਥਿਕਤਾ ਹੁੰਦੀ ਸੀਗੀ। ਪਰੰਤੂ ਸੰਸਕ੍ਰਿਤ ਨਾਟਕ ਮੂਲ ਰੂਪ ਦੇ ਵਿੱਚ ਜਿਹੜੇ ਹੈਗੇ ਸੀਗੇ ਉਹ ਸੁਖਾਂਤ ਨਾਟਕ ਹੀ ਸੀਗੇ। ਉਹਨਾਂ ਵਿੱਚ ਜਿਹੜਾ ਉਹ ਦੁਖਾਂਤ ਜਾਂ ਟ੍ਰੈਜਡੀ ਦਾ ਅੰਸ਼ ਉਹਨਾਂ ਦੇ ਵਿੱਚ ਭਾਰੂ ਨਹੀਂ ਸੀਗਾ ਸੰਸਕ੍ਰਿਤ ਨਾਟਕਾਂ ਦੇ ਵਿੱਚ। तो इस प्रकार सीगा जिहड़ा नाटक का जो फिर अगे विकास होया, नाटक का कोई दरअसल दे विच नाटक की कोई मूल रूप दे विच किसी भी शासक ने जां किसी राजे ने सरपरस्ती नहीं की। बौद्ध मत दे विच इहदा बड़ा विरोध भी होया हैगा। सनातनी मत दे विच जिहड़ा हैगा नाटक नूं ब्रह्मचारी भंग करन वाला भी दस्सिया गया है। तो विरोध भी हुंदे रहे ने। तो किते ना किते जा करके फिर जिहड़ा हैगा नाटक अपनी जिहड़ी एक गति दे विच जिहड़ा विकास अगे दी अगे करदा रहा। तो उस तो बाद दे विच जा करके जिहड़ा हैगा नाटक दी प्रथा दा थोड़ा बहुता विकास होया। इस प्रथा दा जिवें नाट मंडलियां दा प्रचलन हो गया, रास लीला सी, बाल लीला सीगियां, उस तो बाद रमायण दियां जिहड़ियां कथावां सी, महाभारत दियां सीगियां, जां कृष्ण लीला आ जांदियां सी, फिर राम लीलावां आ जांदियां सी। तो नाटक मंडलियां ने हौली 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 जिहड़ा वो नाटक दा अगे दी अगे विस्तार किया। मंडप बन गए अपने जिहड़े सीगे बाजार शहरां दे विच, पिंडां दे विच स्थापित हो गई मंडलियां। तो इस प्रकार नाटक नूं जिहड़ा हौली हौली अगे विकास होया नाटक दा। तो उस तो बाद दे विच जिहड़ा हैगा समा जिहड़ा आ जांदा हैगा है, जे असीं गल करिए तो जदों 792 तो लैके तो 1857 तक दा जिहड़ा समा हैगा वो समा बड़ा ही ਮੰਦਭਾਗਾ ਰਿਹਾ ਹੈਗਾ ਨਾਟਕ ਦੇ ਵਾਸਤੇ ਦੇਖਿਆ ਜਾਵੇ ਤਾਂ ਮੂਲ ਰੂਪ ਵਿੱਚ। ਕਿਉਂਕਿ ਇਸ ਸਮੇਂ ਦੇ ਵਿੱਚ ਮੁਗਲ ਆਕਰਮਣਕਾਰੀ ਸੀਗੇ ਜਿਹੜੇ, ਉਹਨਾਂ ਨੇ ਹਿੰਦੁਸਤਾਨ ਦੇ ਉੱਪਰ ਆਪਣੇ ਪੈਰ ਤੁਰਕਾਂ ਨੇ ਜਮਾਉਣੇ ਸ਼ੁਰੂ ਕਰ ਦਿੱਤੇ ਸੀਗੇ। ਭਾਵੇਂ ਉਹ ਤੁਰਕ ਸੀਗੇ ਜਾਂ ਅਫਗਾਨ ਸੀਗੇ ਜਾਂ ਮੁਗਲ ਸੀਗੇ। तो ये जिन्ने भी सैमटिक दर्शन नूं समझण, सैमटिक फिलोसफी वाले बंदे सीगे, सैमटिक सभ्याचार वाले बंदे सीगे, सामी विचारधारा वाले बंदे सीगे। तो इन्हां ने नाटक दा जिहड़ा हैगा विरोध कीता हैगा। नाटक
ਦਾ ਜਿਹੜਾ ਇਹਨਾਂ ਨੇ ਜਿਹੜਾ ਕਹਿ ਲਓ ਤੁਸੀਂ ਵੀ ਨਾਟਕ ਦੇ ਵਾਸਤੇ ਇਹਨਾਂ ਨੇ ਕੋਈ ਚੰਗਾ ਸੁਖੈਨ ਵਾਤਾਵਰਨ ਨਹੀਂ ਸਿਰਜਿਆ। ਕਲਾ ਦੇ ਵਾਸਤੇ ਤਾਂ ਵੈਸੇ ਹੀ ਜਿਹੜਾ ਹੈਗਾ ਵੀ ਉਹ ਜਿਹੜੇ ਸੈਮਟਿਕ ਸੱਭਿਆਚਾਰ ਹੈ ਉਹ ਕਲਾ ਦਾ ਵਿਰੋਧੀ ਰਿਹਾ ਮੁੱਢ ਤੋਂ ਹੀ। ਤੋ ਇੱਕ ਦੋ ਬਾਦਸ਼ਾਹਾਂ ਨੂੰ ਛੱਡ ਕੇ ਜੇ ਗੱਲ ਕਰੀਏ, ਹੁਣ ਅਸੀਂ ਸ਼ਾਹਜਹਾਂ ਦੀ ਗੱਲ ਕਰੀਏ ਤਾਂ ਠੀਕ ਹੈ, ਸ਼ਾਹਜਹਾਂ ਦੇ ਕਾਲ ਦੇ ਵਿੱਚ ਕਲਾ ਦਾ ਦੀ ਵਿਕਾਸ ਹੋਇਆ। ਸ਼ਾਹਜਹਾਂ ਦੇ ਕਾਲ ਦੇ ਵਿੱਚ ਹੀ ਕਾਵਿ ਸ਼ਾਸਤਰ ਦੇ ਮਹਾਨ ਪੰਡਿਤ ਜਗਨਨਾਥ ਵਰਗੇ ਜਿਹੜੇ, ਉਸ ਤੋਂ ਬਾਅਦ ਦੇ ਵਿੱਚ ਭੱਟੋ ਜੀ ਦੀਕਸ਼ਿਤ ਵਰਗੇ ਜਿਹੜੇ ਹੈਗੇ ਨੇ ਵਿਦਵਾਨ ਹੋਏ ਨੇ। ਤੋ ਉਸ ਤੋਂ ਬਾਅਦ ਦੇ ਵਿੱਚ ਫਿਰ ਕਾਲਾ ਦੌਰ ਆ ਜਾਂਦਾ ਹੈਗਾ ਨਾਟਕ ਦੇ ਵਾਸਤੇ, ਜਾਂ ਨਾਟਕ ਦੀ ਗੱਲ ਨਹੀਂ ਮੈਂ ਕਰੂੰਗਾ, ਕਲਾ ਦੇ ਵਾਸਤੇ ਹੀ ਕਾਲਾ ਦੌਰ ਹੈਗਾ ਵਾ, ਜਦੋਂ ਔਰੰਗਜ਼ੇਬ ਦਾ ਸ਼ਾਸਨ ਫਿਰ ਤੋਂ ਆਰੰਭ ਹੋ ਜਾਂਦਾ ਅੱਗੇ ਤੋਂ ਜਾ ਕੇ। ਉਹ ਫਨਾਟਿਕ ਹੈ, ਕੱਟੜ ਹੈ ਇਸ ਪੱਧਰ ਦਾ। ਤੋ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਸਮਾਂ ਆਉਂਦਾ ਹੈ, ਸਿੱਖ ਰਾਜ ਸਥਾਪਿਤ ਹੁੰਦਾ ਹੈਗਾ, ਤਾਂ ਨਾਟਕ ਥੋੜ੍ਹਾ ਬਹੁਤਾ ਕਿਤੇ ਨਾ ਕਿਤੇ ਜਾ ਕੇ ਉਹਨੂੰ ਸੁੱਖ ਦਾ ਸਾਹ ਆਉਂਦਾ ਹੈਗਾ ਇਸ ਕਲਾ ਦੇ ਸਰੂਪ ਨੂੰ, ਸਾਹਿਤ ਦੇ ਸਰੂਪ ਨੂੰ। ਤਾਂ ਇਹ ਵੀ ਬਹੁਤਾ ਸਮਾਂ ਤੱਕ ਨਹੀਂ ਟਿਕ ਪਾਉਂਦਾ, ਕਿਉਂਕਿ ਇਸ ਜਿਹੜੀ ਉਥਲ ਪੁਥਲ ਹੁੰਦੀ ਰਹਿੰਦੀ ਹੈ ਰਾਜਨੀਤਿਕ ਪੱਧਰ ਦੇ ਉੱਤੇ। ਤੋ ਨਾਟਕ ਅੱਗੇ ਜਾ ਕਰਕੇ ਫਿਰ ਅੰਗਰੇਜ਼ਾਂ ਦੇ ਸਮੇਂ ਦੇ ਉੱਪਰ ਕਿਤੇ ਨਾ ਕਿਤੇ ਜਾ ਕੇ ਆਪਣੇ ਪੱਕੇ ਪੈਰੀਂ ਖੜਾ ਹੁੰਦਾ ਹੈ। ਅੰਗਰੇਜ਼ਾਂ ਦਾ ਜਦੋਂ ਰਾਜ ਆਉਂਦਾ ਹੈਗਾ ਤੇ ਈਸਾਈ ਮਿਸ਼ਨਰੀ ਜਿਹੜੇ ਹੈਗੇ ਨੇ, ਔਰ ਜੋ ਉਸ ਤੋਂ ਬਾਅਦ ਵਿੱਚ ਪਾਰਸੀ ਨਾਟਕ ਕੰਪਨੀਆਂ ਨੇ, ਇਪਟਾ ਵਗੈਰਾ ਹੈਗਾ, ਉਹ ਨਾਟਕ ਦਾ ਜਿਹੜਾ ਹੈਗਾ ਉਹ ਜਿਹੜਾ ਉਹਨੂੰ ਪੱਕਿਆਂ ਪੈਰਾਂ ਦੇ ਉੱਪਰ ਉਹਨੂੰ ਸਥਾਪਿਤ ਕਰਨ ਦਾ ਯਤਨ ਕਰਦੇ ਨੇ। ਇਹਨਾਂ ਵਿੱਚ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਯਤਨ ਹੈ ਲੇਡੀ ਗ੍ਰੇਗਰੀ ਦਾ। ਲੇਡੀ ਗ੍ਰੇਗਰੀ ਅਤੇ ਮਿਸਿਜ਼ ਨੋਰਾ ਰਿਚਰਡ ਦਾ। ਜਿਹੜੀ ਮਿਸਿਜ਼ ਨੋਰਾ ਰਿਚਰਡ ਹੈ ਉਹ ਅਰਨੈਸਟ ਫਿਲਿਪ ਰਿਚਰਡ ਦੀ ਪਤਨੀ ਹੈ, ਧਰਮ ਪਤਨੀ ਉਹਨਾਂ ਦੀ ਧਰਮ ਪਤਨੀ ਹੈ। ਔਰ 1911 ਵਿੱਚ ਦਿਆਲ ਸਿੰਘ ਕਾਲਜ ਵਿੱਚ ਆਉਂਦੀ ਹੈ ਆਪਣੇ ਪਤੀ ਦੇ ਨਾਲ ਲਾਹੌਰ ਵਿਖੇ। ਜਿਹੜੇ ਅਰਨੈਸਟ ਫਿਲਿਪ ਰਿਚਰਡ ਨੇ ਇਹ ਮੂਲ ਆਇਰਲੈਂਡ ਦੇ ਨੇ, ਕਿਉਂਕਿ ਲੇਡੀ ਗ੍ਰੇਗਰੀ ਵੀ ਆਇਰਲੈਂਡ ਸੀਗੀ। ਇਹਨਾਂ ਦਾ ਸੰਬੰਧ ਆਇਰਲੈਂਡ ਦੇ ਨਾਲ ਹੈ, ਐਬੇ ਥੀਏਟਰ ਨੂੰ ਜਿਹੜੇ ਬਿਲੋਂਗ ਕਰਦੇ ਨੇ ਇਹ। ਤਾਂ ਅਰਨੈਸਟ ਫਿਲਿਪ ਰਿਚਰਡ ਅੰਗਰੇਜ਼ੀ ਦਾ ਪ੍ਰੋਫੈਸਰ ਹੈ, ਅੰਗਰੇਜ਼ੀ ਪੜ੍ਹਾਉਣ ਵਾਸਤੇ ਆਉਂਦਾ ਹੈ, ਆਇਰਲੈਂਡ ਦਾ ਬੰਦਾ ਹੈ। ਇਹਦੀ ਘਰਵਾਲੀ ਹੈ ਮਿਸਿਜ਼ ਨੋਰਾ ਰਿਚਰਡ। ਤਾਂ ਇਹ ਇੱਥੇ ਆ ਕੇ ਜਿਹੜਾ ਨਾਟਕ ਨੂੰ ਜਿਹੜਾ ਹੈਗਾ ਉਹਨੂੰ ਪ੍ਰੇਰਨਾਤਮਕ ਰੂਪ ਦੇ ਵਿੱਚ ਜਿਹੜਾ ਦਿੰਦੀ, ਪ੍ਰੇਰਨਾ ਸਰੋਤ ਬਣਦੀ ਹੈਗੀ ਨਾਟਕ ਦੀ। ਤਾਂ ਪ੍ਰੇਰਨਾਤਮਕ ਪੱਧਰ ਦੇ ਉੱਪਰ ਜਾਂ ਕਹਿ ਲਓ ਤੁਸੀਂ ਉਹਦੇ ਜਿਹੜੇ ਕਹਿ ਲਓ ਵੀ ਉਸ ਦੀ ਪ੍ਰੇਰਨਾ ਹੇਠ ਜਿਹੜਾ ਹੈਗਾ ਪੰਜਾਬੀ ਨਾਟਕ ਹੌਲੀ ਹੌਲੀ ਫਿਰ ਵਿਕਾਸ ਕਰਨਾ ਸ਼ੁਰੂ ਕਰ ਦਿੰਦਾ ਹੈਗਾ। ਤਾਂ ਇਸ ਦੀ ਪ੍ਰੇਰਨਾ ਦੇ ਫਲ ਸਰੂਪ ਵੀ ਆਈ.ਸੀ. ਨੰਦਾ, ਈਸ਼ਵਰ ਚੰਦਰ ਨੰਦਾ ਵਰਗੇ ਜਿਹੜੇ ਨਾਟਕਕਾਰ ਨੇ, ਈਸ਼ਵਰ ਚੰਦਰ ਨੰਦਾ ਵਰਗੇ ਜਿਹੜੇ ਨਾਟਕਕਾਰ ਨੇ, ਉਹ ਨਾਟਕ ਲਿਖਣਾ ਸ਼ੁਰੂ ਕਰਦੇ ਨੇ। ਅੱਗੇ ਜਾ ਕੇ ਨਾਟਕ ਦਾ ਜਿਹੜਾ ਆਰੰਭ ਹੁੰਦਾ ਹੈਗਾ। ਤਾਂ ਇਸੇ ਦੌਰਾਨ ਹੀ ਫਿਰ ਜਿਹੜਾ ਹੈਗਾ ਜਿਹੜੇ ਪੁਰਾਤਨ ਨਾਟਕ ਨੇ, ਜਿਵੇਂ ਸੰਸਕ੍ਰਿਤ ਦੇ ਨਾਟਕ ਨੇ, ਹੁਣ ਡਾਕਟਰ ਚਰਨ ਸਿੰਘ ਉਸੇ ਵੇਲੇ ਦੇ ਵਿੱਚ ਹੀ ਇਸ ਜਿਹੜਾ ਸਮੇਂ ਦੇ ਦੌਰਾਨ ਹੀ ਕੀ ਕਰਦੇ ਨੇ, ਉਹ ਅਭਿਗਿਆਨ ਸ਼ਕੁੰਤਲਮ ਦਾ ਡਾਕਟਰ ਚਰਨ ਸਿੰਘ ਨੇ ਇਸ ਸਮੇਂ ਜਿਹੜਾ ਹੈਗਾ ਸਿੰਘ ਨੇ ਕਾਲੀਦਾਸ ਦੇ ਅਭਿਗਿਆਨ ਸ਼ਕੁੰਤਲਮ ਦਾ ਅਨੁਵਾਦ ਕੀਤਾ ਕਾਲੀਦਾਸ ਦੇ ਨਾਟਕ ਦਾ। ਉਸ ਤੋਂ ਬਾਅਦ ਦੇ ਵਿੱਚ ਫਿਰ ਸਰਦਾਰ ਬਲਵੰਤ ਸਿੰਘ ਨੇ ਸ਼ੇਕਸਪੀਅਰ ਦੇ ਨਾਟਕ, ਸਰਦਾਰ ਬਲਵੰਤ ਸਿੰਘ ਤੇ ਨਰੈਣ ਸਿੰਘ ਨੇ ਸ਼ੇਕਸਪੀਅਰ ਦੇ ਨਾਟਕ ਕਿੰਗ ਲੀਅਰ ਰਾਜਾ ਲੀਅਰ ਇਹਦਾ ਅਨੁਵਾਦ ਕੀਤਾ। ਉਸ ਤੋਂ ਬਾਅਦ ਮਾਨ ਸਿੰਘ ਨੇ ਕਾਲੀਦਾਸ ਦੇ ਨਾਟਕ ਵਿਕਰਮੋਰਵਸ਼ੀ ਮੂਲ ਰੂਪ ਦੇ ਵਿੱਚ ਨਾ ਦਰਅਸਲ ਦੇਖਿਆ ਜਾਵੇ ਇਹ ਸੰਧੀ ਹੋਈ ਹੈ, ਇੱਥੇ ਇਹਨਾਂ ਦੀ ਸਵਰ ਸੰਧੀ ਹੋ ਜਾਂਦੀ ਸੰਸਕ੍ਰਿਤ ਦੇ ਵਿੱਚ। ਇਹਦਾ ਪੂਰਾ ਸਹੀ ਨਾਂ ਹੈਗਾ ਵਿਕਰਮ ਉਰਵਸ਼ੀ। ਜਦੋਂ ਤੁਸੀਂ ਪੜ੍ਹੋਗੇ ਨਾ ਸੰਸਕ੍ਰਿਤ ਦੇ ਗਿਆਤਾ ਹੋ, ਤੁਸੀਂ ਸੰਸਕ੍ਰਿਤ ਜਾਣਦੇ ਹੋ ਜੇਕਰ, ਤੇ ਫਿਰ ਤੁਸੀਂ ਸੰਧੀ ਤੋੜ ਲੈਂਦੇ ਹੋ, ਇਹ ਸੰਧੀਆਂ ਹੋ ਜਾਂਦੀਆਂ ਨੇ ਸੰਸਕ੍ਰਿਤ ਦੇ ਵਿੱਚ। ਤਾਂ ਵਿਕਰਮ ਉਰਵਸ਼ੀ ਜਿਹੜਾ ਹੈਗਾ, ਵਿਕਰਮ ਉਰਵਸ਼ੀ ਦਾ ਇਹਨਾਂ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ, ਉਹਦੀ ਟਰਾਂਸਲੇਸ਼ਨ ਕੀਤੀ। ਤਾਂ ਇਸ ਪ੍ਰਕਾਰ ਦੇ ਵਿੱਚ ਜਿਹੜਾ ਹੈਗਾ ਮੋਹਨ ਸਿੰਘ ਵੈਦ ਨੇ ਵੀ ਇਸ ਸਮੇਂ ਦੇ ਵਿੱਚ ਓਥੈਲੋ ਦਾ ਜਿਹੜਾ ਸੀਗਾ
ਓਥੈਲੋ ਨਾਟਕ ਨੂੰ ਪੰਜਾਬੀ ਦੇ ਵਿੱਚ ਉਲੱਥਾ ਕੀਤਾ ਮੋਹਨ ਸਿੰਘ ਵੈਦ ਨੇ, ਤਰਨ ਤਾਰਨ ਵਾਲਿਆਂ ਨੇ। ਤੋ ਕੁੱਲ ਮਿਲਾ ਕੇ ਜਿਹੜਾ ਸੀਗਾ ਨਾਟਕ ਦਾ ਜਿਹੜਾ ਆਗਾਜ਼ ਸੀਗਾ, ਨਾਟਕ ਦਾ ਜਿਹੜਾ ਪੱਕੇ ਪੈਰੀ ਹੋਣਾ, ਉਸ ਵੇਲੇ ਤੋਂ ਹੌਲੀ ਹੌਲੀ ਆਪਦੀ ਗੱਡੀ ਲੀਹ ਤੇ ਚੜ੍ਹਨੀ ਸ਼ੁਰੂ ਹੋ ਗਈ ਇਹਨਾਂ ਨਾਟਕਾਂ ਦੇ ਦੁਆਰਾ, ਕਿਉਂਕਿ ਇਹ ਮੁੱਢਲੇ ਯਤਨ ਸੀਗੇ। ਡਾਕਟਰ ਚਰਨ ਸਿੰਘ ਨੇ ਸ਼ਰਾਬ ਕੌਰ, ਅੰਗਰੇਜ਼ੀ ਦੇ ਵਿੱਚ ਜਿਹਨੂੰ ਲੇਡੀ ਵਾਈਨ ਵੀ ਕਿਹਾ ਜਾਂਦਾ ਹੈ, ਸ਼ਰਾਬ ਕੌਰ ਵੀ ਨਾਟਕ ਉਹਨਾਂ ਨੇ ਲਿਖਿਆ, ਪਰ ਬਹੁਤਾ ਉਹ ਪ੍ਰਸਿੱਧ ਨਹੀਂ ਹੋ ਪਾਇਆ। ਨਾਟਕ ਦੇ ਉਹਦੇ ਵਿੱਚ ਤੱਤਾਂ ਦੀ ਘਾਟ ਸੀ, ਜਿਹੜੇ ਨਾਟਕ ਦੇ ਵਿੱਚ ਤੱਤ ਹੋਣੇ ਚਾਹੀਦੇ ਸੀਗੇ ਉਹਨਾਂ ਦੀ ਘਾਟ ਸੀ। ਉਸ ਤੋਂ ਬਾਅਦ ਵਿੱਚ ਗੱਲ ਕਰੀਏ ਤੇ ਪੰਜਾਬੀ ਵਿੱਚ ਜਿਹੜਾ ਮੌਲਿਕ ਨਾਟਕ ਲਿਖਣ ਵਾਲਾ ਹੈਗਾ ਬੰਦਾ, ਮੌਲਿਕ ਪੰਜਾਬੀ ਦਾ ਜਿਹੜਾ ਨਾਟਕਕਾਰ ਹੈ, ਮੌਲਿਕ ਪੰਜਾਬੀ ਨਾਟਕ ਜੋ ਲਿਖਦਾ ਹੈ ਬੰਦਾ, ਨਾਟਕਕਾਰ, ਉਹ ਭਾਈ ਵੀਰ ਸਿੰਘ ਹੈ। ਭਾਈ ਵੀਰ ਸਿੰਘ ਹੈ। ਭਾਈ ਵੀਰ ਸਿੰਘ ਦਾ ਜਿਹੜਾ ਸੀਗਾ ਨਾਟਕ ਰਾਜਾ ਲਖਦਾਤਾ ਸਿੰਘ ਸੀ। ਤੋਂ ਪਹਿਲੇ ਨਾਟਕਕਾਰ ਨੇ ਜਿਨ੍ਹਾਂ ਨੇ ਮੌਲਿਕ ਪੰਜਾਬੀ ਦੇ ਵਿੱਚ ਨਾਟਕ ਨੂੰ ਲਿਖਿਆ, ਔਰ ਉਹ ਮੋਢੀ ਨਾਟਕਕਾਰ ਹੈ ਪੰਜਾਬੀ ਦਾ। ਰਾਜਾ ਲਖਦਾਤਾ ਸਿੰਘ ਦਾ ਸੰਬੰਧ ਹੈਗਾ ਜਿਹੜਾ, ਉਹ ਸਿੱਖ ਰਾਜ ਦੀ ਢਹਿੰਦੀ ਕਲਾ ਦੇ ਨਾਲ ਹੈ। ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਦਰਬਾਰ ਦੇ ਵਿੱਚ ਜਦੋਂ ਬੁਰਸ਼ਾਗਰਦੀ ਫੈਲੀ, ਉਹਨਾਂ ਦਾ ਦਰਬਾਰ ਸੀਗਾ ਜਿਹੜਾ, ਉਹਦੇ ਵਿੱਚ ਜਿਹੜੇ ਸੀਗੇ ਉੱਥੇ ਆਪ ਹੁਦਰੀਆਂ ਗੱਲਾਂ ਹੋਣ ਲੱਗੀਆਂ। ਤਾਂ ਹੌਲੀ ਹੌਲੀ ਜਦੋਂ ਸਿੱਖ ਰਾਜ ਪਤਨ ਵੱਲ ਨੂੰ ਗਿਆ, ਤੇ ਉਸ ਵੇਲੇ ਦਾ ਜਿਹੜਾ ਸੀਗਾ ਉਹਦੇ ਵਿੱਚ ਬਰਤਾਂਤ ਜਿਹੜਾ ਹੈਗਾ, ਬਰਤਾਂਤ ਨਹੀਂ ਮੈਂ ਕਹੂੰ, ਕਥਾ ਜਿਹੜੀ ਹੈਗੀ ਆ ਉਸ ਵੇਲੇ ਦੀ ਜਿਹੜੀ ਸੰਬੰਧਿਤ ਹੈਗੀ ਆ ਉਹਦੇ ਵਿੱਚ। ਤਾਂ ਉਸ ਤੋਂ ਬਾਅਦ ਦੇ ਵਿੱਚ ਬੁੱਧ ਸਿੰਘ ਦਾ ਛਲ ਮੁੰਦਰੀ ਨਾਰ ਨਵੇਲੀ ਨਾਟਕ ਸੀਗਾ, ਦਾਮਨੀ ਸੀ ਇੱਕ ਉਹਦਾ ਨਾਟਕ। ਇਸ ਤੋਂ ਬਾਅਦ ਲਾਲਾ ਕਿਰਪਾ ਸਾਗਰ ਦਾ ਸੀ ਡੀਡੋ ਜਮਵਾਲ। ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤੇ ਬ੍ਰਿਜ ਲਾਲ ਸ਼ਾਸਤਰੀ ਦਾ ਨਾਂ ਆਉਂਦਾ ਹੈ, ਜਿਹਦੇ ਪੂਰਨ ਸੁਕੰਨਿਆ ਤੇ ਉਦੈਨ ਨਾਟਕ ਸੀ। ਬ੍ਰਿਜ ਲਾਲ ਸ਼ਾਸਤਰੀ ਦੇ ਉੱਪਰ ਮੂਲ ਰੂਪ ਦੇ ਵਿੱਚ ਸੰਸਕ੍ਰਿਤ ਦਾ ਪ੍ਰਭਾਵ ਹੈਗਾ ਜਿਹੜਾ, ਉਹ ਪ੍ਰਤੱਖ ਦਿਸਦਾ ਹੈ। ਤੋ ਨਾਟਕ ਦੀਆਂ ਨੂੰ ਜਿਹੜਾ ਸੀਗਾ ਇੱਕ ਪ੍ਰਕਾਰ ਦਾ ਹਲੂਣਾ ਦੇਣ ਵਾਲੇ ਇਹ ਨਾਟਕਕਾਰ ਨੇ। ਨਾਟਕ ਨੂੰ ਜਿਹੜਾ ਸੀਗਾ ਉਹ ਮੌਲਿਕ ਰੂਪ ਦੇ ਵਿੱਚ ਹੌਲੀ ਹੌਲੀ ਲੀਹ ਤੇ ਚੜਾਉਣ ਵਾਲੇ ਨਾਟਕਕਾਰ ਨੇ। ਤੇ ਜੇਕਰ ਗੱਲ ਕਰੀਏ ਅਸੀਂ ਰੰਗਮੰਚ ਦੇ ਪੱਧਰ ਦੇ ਉੱਪਰ, ਜੇਕਰ ਰੰਗਮੰਚ ਨੂੰ ਨਾਟਕ ਨੂੰ ਰੰਗਮੰਚ ਦਾ ਹਾਣੀ ਬਣਾਉਣ ਵਾਲਾ ਜਿਹੜਾ ਨਾਟਕਕਾਰ ਹੈਗਾ ਵਾ, ਉਹ ਈਸ਼ਵਰ ਚੰਦਰ ਨੰਦਾ ਹੈਗਾ। ਉਹਨੇ ਸਭ ਤੋਂ ਪਹਿਲਾਂ ਆਧੁਨਿਕਤਾ ਦੇ ਪਰਿਪੇਖ ਦੇ ਵਿੱਚ ਨਾਟਕ ਨੂੰ ਕੀ ਕੀਤਾ ਕਿ ਪੁਰਾਤਨ ਜਿਹੜੀਆਂ ਰੂੜੀਆਂ ਸੀ, ਮੋਟਿਵ ਸੀਗੇ, ਭਾਵ ਕਿ ਨਾਟਕ ਦੇ ਵਿੱਚ ਸਰੀਰਕ ਤੇ ਭੌਤਿਕ ਅੰਸ਼ ਸੀਗੇ ਜਿਹੜੇ ਪੁਰਾਤਨ ਨਾਟਕਾਂ ਦੇ ਵਿੱਚ, ਜਾਂ ਮਿਥਿਹਾਸਕ ਹਵਾਲੇ ਹੁੰਦੇ ਸੀਗੇ, ਔਰ ਉਹਨਾਂ ਨੂੰ ਭੂਤਾਂ ਪ੍ਰੇਤਾਂ ਦੇ ਸੀਗੇ ਜਿਹੜੇ ਵਿਖਿਆਨ ਹੁੰਦੇ ਸੀਗੇ। ਤਾਂ ਉਹਨਾਂ ਨੂੰ ਉਸਨੇ ਕੀ ਕੀਤਾ, ਉਹਨਾਂ ਨੂੰ ਬਾਹਰ ਕੱਢਿਆ ਉਹਦੇ ਵਿੱਚੋਂ। ਨਾਟਕ ਨੂੰ ਨਿਰੋਲ ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਜਿਹੜਾ ਈਸੀ ਨੰਦਾ ਸਥਾਪਿਤ ਕਰਦਾ। ਇਹ ਉਹਦੀ ਪਹਿਲੀ ਜਿਹੜੀ ਹੈਗੀ ਹੈ ਪਹੁੰਚ ਹੈ ਨਾਟਕ ਤੱਕ, ਪਹਿਲੀ ਉਹਦੀ ਜਿਹੜੀ ਕਹਿ ਲਓ ਤੁਸੀਂ ਉਹਦੀ ਪ੍ਰਾਪਤੀ ਹੈ ਈਸ਼ਵਰ ਚੰਦਰ ਨੰਦਾ ਦੀ, ਕਿ ਉਹ ਨਾਟਕ ਨੂੰ ਮੂਲ ਰੂਪ ਦੇ ਵਿੱਚ ਹੈਗਾ ਯਥਾਰਥਵਾਦੀ ਲੀਹਾਂ ਦੇ ਉੱਪਰ ਤੋਰਦਾ ਹੈਗਾ। ਤਾਂ ਪੰਜਾਬੀ ਨਾਟਕ ਦਾ ਪਿਤਾਮਾ ਵੀ ਈਸ਼ਵਰ ਚੰਦਰ ਨੰਦਾ ਨੂੰ ਆਖਿਆ ਜਾਂਦਾ ਹੈ ਇਸ ਪੱਧਰ ਦੇ। ਇਸ ਕਰਕੇ ਫਿਰ ਜਿਹੜਾ ਹੈਗਾ ਨੰਦੇ ਤੋਂ ਬਾਅਦ ਜੋਸ਼ੂਆ ਫਜ਼ਲਦੀਨ ਆ ਜਾਂਦਾ ਹੈਗਾ, ਪਿੰਡ ਦੇ ਵੈਰੀ, ਹੀਰ ਸਿਆਲ ਉਹਦੇ ਨਾਟਕ ਨੇ। ਉਸ ਤੋਂ ਬਾਅਦ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 3 ਨਾਟਕ ਲਿਖੇ ਨੇ, ਜੋ ਪ੍ਰੀਤਮਣੀ 1936 ਵਿੱਚ ਛਪਿਆ ਉਹਦਾ। ਉਸ ਤੋਂ ਬਾਅਦ ਦੇ ਵਿੱਚ ਰਾਜਕੁਮਾਰੀ ਲਤਿਕਾ ਸੀਗਾ ਉਹਦਾ, ਉਹ ਅੱਗੇ ਛਪਿਆ ਹੈਗਾ। ਫਿਰ ਉਸ ਤੋਂ ਮਗਰੋਂ ਦਾ ਜਿਹੜੀ ਗੱਲ ਆ ਜਾਂਦੀ ਹੈਗੀ ਆ ਸੰਤ ਸਿੰਘ ਸੇਖੋਂ ਹੈ। ਸੰਤ ਸਿੰਘ ਸੇਖੋਂ ਦੇ ਜਿਹੜੇ ਨਾਟਕ ਹੈਗੇ ਨੇ ਉਹ ਮੂਲ ਰੂਪ ਦੇ ਵਿੱਚ ਸਮਾਜਵਾਦ ਦੀ ਚੇਤਨਤਾ ਦੇ ਨਾਲ ਸੰਬੰਧ ਰੱਖਦੇ ਨੇ। ਸੇਖੋਂ ਦੇ ਨਾਟਕ ਨੇ ਜਿਹੜੇ, ਉਹਦੇ ਵਿੱਚ ਗੱਲ ਕਰਦੇ ਹੈਗੇ ਆ ਬਾਬਾ ਬੋੜ, ਉਸ ਦਾ ਵੱਡਾ ਕਾਵ ਨਾਟਕ ਹੈ। ਫਿਰ ਮੋਇਆ ਸਾਰਨਾ ਕਾਈ, ਇਹ ਵੀ ਸਿੱਖ ਰਾਜ ਦੀ ਖਾਤਮੇ ਦੀ ਗੱਲ ਹੈ, ਇਹਦੇ ਵਿੱਚ ਸਿੱਖ ਰਾਜ ਦੀਆਂ ਢਹਿੰਦੀਆਂ ਕਲਾਵਾਂ ਦੀ ਗੱਲ ਹੈਗੀ ਹੈ। ਉਸ ਤੋਂ ਬਾਅਦ ਦਾ ਨਾਟਕਾਰ ਉਹਦੀਆਂ ਜਿਹੜੀਆਂ ਹੁਣ ਮਹਾਤਮਾ, ਉਹ ਇਕਾਂਗੀ ਲਿਖਦਾ ਹੈ, ਉੱਥੇ ਉਹਨੇ ਸੰਤ ਸਮਾਜ ਦੇ ਉੱਪਰ, ਵਿਹਲੜ ਲੋਕਾਂ ਦੇ ਉੱਪਰ ਜਿਹੜੇ ਮੰਗ ਖਾਂਦੇ ਨੇ, ਲੋਕਾਂ ਕੋਲੋਂ ਮੰਗ ਕੇ ਖਾਂਦੇ ਨੇ, ਧਰਮ ਦੇ ਨਾਂ 'ਤੇ ਅਡੰਬਰ ਰਚਦੇ ਨੇ, ਉਹਨਾਂ ਦੇ ਉੱਪਰ ਕਰਾਰੀ ਚੋਟ ਕੀਤੀ ਹੈਗੀ ਆ। ਤੋ ਇਸ ਕਰਕੇ ਜਿਹੜਾ ਹੈਗਾ ਸੰਤ ਸਿੰਘ ਸੇਖੋਂ ਦਾ ਕਲੇਵਰ ਜਿਹੜਾ ਹੈਗਾ ਉਹ ਹਰੇਕ ਪੱਧਰ ਦੇ ਉੱਪਰ ਜਿਹੜਾ ਫੈਲਿਆ ਹੋਇਆ ਹੈ। ਪਰ ਅਸਲੀਅਤ ਇਹ ਹੈਗੀ ਆ ਕਿ ਸੰਤ ਸਿੰਘ ਸੇਖੋਂ ਦੇ ਜਿਹੜੇ ਨਾਟਕ ਨੇ ਉਹ ਮੰਚ ਦੇ ਉੱਪਰ ਜਿਹੜੇ ਹੈਗੇ ਨੇ ਉਹ ਪ੍ਰਦਰਸ਼ਿਤ ਜਿਹੜੇ ਨਹੀਂ ਹੋ ਸਕੇ। ਇਸ ਸੰਬੰਧ ਵਿੱਚ ਸੇਖੋਂ ਆਪ ਟਿੱਪਣੀ ਕਰਦਾ, ਕਹਿੰਦਾ ਕਿ ਮੇਰੇ ਨਾਟਕ ਰੰਗਮੰਚ ਦੇ ਹਾਣ, ਇਹ ਗੱਲ ਨਹੀਂ ਕਿ ਮੇਰੇ ਨਾਟਕ ਰੰਗਮੰਚ ਦੇ ਹਾਣ ਦੇ ਨਹੀਂ, ਪਰ ਸੱਚਾਈ ਤਾਂ ਇਹ ਹੈ ਕਿ ਰੰਗਮੰਚ ਹੀ ਮੇਰੇ ਨਾਟਕਾਂ ਦੇ ਹਾਣ ਦਾ ਨਹੀਂ ਬਣ ਸਕਿਆ।
ਤੋ ਇਹ ਉਹਦੀ ਉੱਥੇ ਟਿੱਪਣੀ ਹੈ, ਕਿਉਂਕਿ ਉਹਦੇ ਨਾਟਕਾਂ ਦੇ ਵਿੱਚ ਘੇਰਾ ਬੜਾ ਵਿਸ਼ਾਲ ਹੈਗਾ, ਉਹਦੇ 'ਚ ਪਾਤਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ, ਤੋ ਰੰਗਮੰਚ ਦੇ ਉਹ ਅਨੁਕੂਲ ਨਹੀਂ ਹੈ। ਤੋ ਰੰਗਮੰਚ ਦੀਆਂ ਲੋੜਾਂ ਦੇ ਅਨੁਕੂਲ ਜਿਹੜਾ ਹੈਗਾ ਉਹ ਨਾਟਕ ਲਿਖਣ ਦੀ ਜਿਹੜੀ ਪਿਰਤ ਹੈਗੀ ਆ, ਉਹ ਸਭ ਤੋਂ ਪਹਿਲਾਂ ਪਾਉਂਦਾ ਹੈ ਡਾਕਟਰ ਹਰਚਰਨ ਸਿੰਘ। ਉਹਦੇ ਨਾਟਕ ਨੇ ਅਣਜੋੜ, ਨਵਾਂ ਚਾਨਣ, ਦੋਸ਼, ਰਾਜਾ ਪੋਰਸ, ਖੇਡਣ ਦੇ ਦਿਨ 4, ਰੱਤਾ ਸਾਲੂ, ਸ਼ੋਭਾ ਸ਼ਕਤੀ, ਅੱਜ ਭਲਕ ਤੇ ਕੱਲ੍ਹ। ਤੋ ਸੋ ਇਸ ਦੇ ਜਿਹੜੇ ਹੈਗੇ ਨੇ ਉਹ ਨਾਟਕ ਨੇ। ਤੋ ਹਰਚਰਨ ਸਿੰਘ ਨੂੰ ਮੂਲ ਰੂਪ ਦੇ ਵਿੱਚ ਜਿਹੜੀ ਹੈਗੀ ਆ ਉਹ ਰੰਗਮੰਚ ਦੇ ਸੰਦਰਭ ਦੇ ਵਿੱਚ ਪੂਰਨ ਸੂਝ ਹੈ, ਉਹਨੂੰ ਰੰਗਮੰਚ ਦੀਆਂ ਲੋੜਾਂ ਦਾ ਪਤਾ ਹੈਗਾ ਹਰਚਰਨ ਸਿੰਘ ਨੂੰ। ਤੋ ਹਰਚਰਨ ਸਿੰਘ ਤੋਂ ਬਾਅਦ ਦੀ ਗੱਲ ਕਰੀਏ ਤਾਂ ਨਾਟਕ ਇੱਕ ਗੰਭੀਰ ਵਿਸ਼ਲੇਸ਼ਣ ਦੇ ਪੱਧਰ ਤੋਂ ਇੱਕ ਉਸ ਦਾ ਜਿਹੜਾ ਹੈਗਾ ਵਸੀਹ ਵਿਸ਼ਲੇਸ਼ਣ ਦੇ ਪੱਧਰ ਤੋਂ ਜਿਹੜਾ ਨਾਮਣਾ ਖੱਟਣ ਵਾਲਾ ਹੈਗਾ ਉਹ ਬਲਵੰਤ ਗਾਰਗੀ ਹੈ। ਬਲਵੰਤ ਗਾਰਗੀ ਜਿਹੜਾ ਪੰਜਾਬੀ ਦਾ ਜਿਹੜਾ ਪੂਰਾ ਹਰੇਕ ਪੱਧਰ ਨੂੰ ਪੂਰਾ ਕਰਨ ਵਾਲਾ ਕਹਿ ਲਓ ਤੁਸੀਂ ਵੀ ਇੱਕ ਬੜਾ ਵੱਡਾ ਨਾਟਕਕਾਰ ਹੈ। ਉਸ ਦੇ ਨਾਟਕ ਨੇ ਜਿਹੜੇ ਕਣਕ ਦੀ ਬੱਲੀ, ਲੋਹਾ ਕੁੱਟ, ਅਬਿਸਾਰਕਾ, ਬਲ ਦੇ ਟਿੱਬੇ, ਤੋ ਕੇਸਰੋ, ਨਵਾਂ ਮੁੱਢ, ਰਜੀਆ ਸੁਲਤਾਨਾ, ਧੂਣੀ ਦੀ ਅੱਗ, ਤੋ ਇਹ ਉਹਦੇ ਮੂਲ ਰੂਪ ਦੇ ਵਿੱਚ ਨਾਟਕ ਨੇ। ਤੋ ਉਹਦਾ ਜਿਹੜਾ ਗਾਰਗੀ ਦੀ ਖਾਸੀਅਤ ਇਹ ਹੈਗੀ ਆ ਕਿ ਉਹ ਸ਼ਾਇਰੀ ਹੁੰਦਿਆਂ ਹੋਇਆਂ ਵੀ, ਉਹ ਸ਼ਹਿਰ ਦਾ ਬਸ਼ਿੰਦਾ ਹੁੰਦਿਆਂ ਹੋਇਆਂ ਵੀ ਪੇਂਡੂ ਯਥਾਰਥ ਨੂੰ, ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਜਿਹੜਾ ਹੈਗਾ ਉਹ ਉਸ ਸੰਦਰਭਗਤ ਵਿਸ਼ਿਆਂ ਨੂੰ ਬਖੂਬੀ ਚਿੱਤਰਦਾ ਹੈਗਾ। ਉਹ ਵਾਰਤਾਲਾਪ ਇਸ ਪੱਧਰ ਦੀ ਉਹਦੀ ਭਾਸ਼ਾ ਸ਼ੈਲੀ ਜਿਹੜੀ ਬੜੀ ਕਮਾਲ ਦੀ ਹੈਗੀ ਆ, ਅਤੇ ਵਾਰਤਾਲਾਪ ਜਿਹੜੀ ਹੈ ਉਹ ਇਸ ਖੜਕਵੀਂ ਟੁਣਕਵੀਂ ਵਾਰਤਾਲਾਪ ਹੈ ਜਿਹੜੀ ਉਹ ਆਪਣਾ ਪਾਤਰ ਦੇ ਮੂੰਹ ਦੇ ਵਿੱਚ ਪਾਉਂਦਾ ਹੈਗਾ। ਤੋ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਨਾਟਕ ਦਾ ਜਿਹੜਾ ਹੌਲੀ ਅੱਗੇ ਵਿਕਾਸ ਕਰਦਾ ਜਾਂਦਾ। ਗੁਰਦਿਆਲ ਸਿੰਘ ਖੋਸਲਾ ਆ ਜਾਂਦਾ ਹੈਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਜੀ ਕਪੂਰ ਸਿੰਘ ਘੁੰਮਣ ਹੈਗੇ ਨੇ, ਇਹਨਾਂ ਦਾ ਸੰਬੰਧ ਜਿਹੜਾ ਹੈਗਾ ਮੂਲ ਰੂਪ ਦੇ ਵਿੱਚ ਦੇਸ਼ ਦੇ ਵੰਡ ਨਾਲ ਸੰਬੰਧਿਤ ਹੈ। ਆਤਮਜੀਤ ਹੈਗਾ, ਜਿਵੇਂ ਅਸੀਂ ਗੱਲ ਕਰੀਏ ਉਹਦਾ ਚਿੜੀਆਂ ਇਕਾਂਗੀ ਹੈ। ਤੋ ਸਾਰੇ ਦੇ ਸਾਰੇ ਬੇਘਰੇ ਹੈ, ਵਿਚਾਰੀ ਮਾਂ ਹੈ। ਤੋ ਇਹਨਾਂ ਦਾ ਸੰਬੰਧ ਦੇਸ਼ ਦੀ ਵੰਡ ਦੀ ਜਿਹੜੀ ਮਾਰਮਿਕ ਸਥਿਤੀ ਹੈਗੀ ਆ, ਤਰਾਸ ਦੀ ਹੈ, ਉਹਨਾਂ ਨਾਲ ਵੀ ਜੁੜਦਾ ਹੈਗਾ ਜਾ ਕਰਕੇ। ਤੋ ਉਦੋਂ ਬਾਅਦ ਦੇ ਵਿੱਚ ਕਰਤਾਰ ਸਿੰਘ ਦੁੱਗਲ ਹੈਗਾ। ਕਰਤਾਰ ਸਿੰਘ ਦੁੱਗਲ ਨੇ ਮੂਲ ਰੂਪ ਦੇ ਵਿੱਚ ਰੇਡੀਓ ਦੇ ਬਾਰੇ ਹੀ ਨਾਟਕ ਲਿਖੇ ਨੇ। ਫਿਰ ਅਮਰੀਕ ਸਿੰਘ ਹੈਗਾ, ਤੋ ਜਿਹੜਾ ਹੈਗਾ ਉਹਨੇ ਮਜ਼ਦੂਰ ਅਤੇ ਮਾਲਕਾਂ ਦੀ ਆਪਣੇ ਨਾਟਕਾਂ ਦੇ ਵਿੱਚ, ਜਿਵੇਂ ਉਹਦੇ ਨਾਟਕ ਨੇ ਖਾਹ ਮਖਾਹ, ਸ਼ਰਤ, ਧੁੱਪ ਵਿੱਚ ਸਾਈਕਲ, ਤਾਸ਼ ਦੀ ਬਾਜੀ। ਤੋ ਇਹਨਾਂ ਵਿੱਚ ਉਹਦੇ ਜਿਹੜੀ ਪਕੜ ਹੈਗੀ ਹੈ ਨਾ, ਉਹ ਮਜ਼ਦੂਰ ਅਤੇ ਮਾਲਕ ਜਮਾਤ ਦੀ ਸ਼੍ਰੇਣੀ ਸੰਘਰਸ਼ ਦੀ ਉਹਦੇ ਵਿੱਚ ਗੱਲ ਕੀਤੀ ਗਈ ਹੈ। ਤੋ ਹੌਲੀ ਤੀਜੀ ਪੀੜ੍ਹੀ ਦੇ ਨਾਟਕਕਾਰਾਂ ਦੇ ਵਿੱਚ ਫਿਰ ਅੱਗੇ ਜਾ ਕਰਕੇ ਸੁਰਜੀਤ ਸਿੰਘ ਸੇਠੀ, ਪਿਆਰਾ ਸਿੰਘ ਭੋਗਲ, ਹਰਸ਼ਰਨ ਸਿੰਘ ਵਰਗੇ ਨਾਟਕਕਾਰ ਆਉਂਦੇ ਨੇ। ਇਹਨਾਂ ਦਾ ਜਿਹੜਾ ਵਿਸ਼ਾ ਹੈਗਾ ਇਹ ਮਨੋਵਿਗਿਆਨਕ ਪਰਖ ਹੈ। ਥੋੜ੍ਹਾ ਜਿਹਾ ਗੁਰਸ਼ਰਨ ਸਿੰਘ ਜਸੂਜੇ ਦੀ ਗੱਲ ਕਰੀਏ ਤਾਂ ਮਨੋਵਿਗਿਆਨਕ ਪਰਖ ਦੇ ਉੱਪਰ ਜਿਹੜੇ ਹੈਗੇ ਨੇ ਉਹਦੇ ਵਿਚਲੀਆਂ ਗੁੰਝਲਦਾਰ ਟੱਕਰਾਂ ਨੂੰ ਮਨੋਵਿਗਿਆਨਕ ਪੱਧਰ 'ਤੇ ਸੁਖਾਂਤ ਜਾਂ ਦੁਖਾਂਤ ਜਾਂ ਵਸਤੂ ਵਿੱਚ ਜਿਹੜੀ ਹੈਗੀ ਆ ਵਾਪਰਨ ਦੀ ਪਰਿਕਲਪਨਾ ਹੈ ਪਾਤਰਾਂ ਦੇ ਸੰਦਰਭ ਦੇ ਵਿੱਚ, ਉਸ ਨੂੰ ਇਹ ਦਰਸਾਉਂਦੇ ਹੈਗੇ ਨੇ। ਤੋ ਇਹ ਜਿਹੜੇ ਹੈਗੇ ਨੇ ਆਪਣੇ ਮੂਲ ਰੂਪ 'ਚ ਪੰਜਾਬੀ ਦੇ ਨਾਟਕਕਾਰ ਨੇ। ਤੋ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਕਿ ਪੰਜਾਬੀ ਨਾਟਕ ਵਿੱਚ ਅਜੇ ਕੋਈ ਬਹੁਤਾ ਵੱਡਾ ਉਸ ਪੱਧਰ ਦਾ ਕਾਰਜ ਨਹੀਂ ਹੋਇਆ, ਉਸ ਪੱਧਰ ਦਾ ਨਾਮਣਾ ਜਾਂ ਮਾਰਕਾ ਨਹੀਂ ਮਾਰਿਆ ਪੰਜਾਬੀ ਨਾਟਕ ਨੇ। ਠੀਕ ਹੈ, ਵਿਕਾਸ ਹੁੰਦਾ ਆਇਆ ਹੈਗਾ, ਚੱਲਦਾ ਆਇਆ ਹੈ, ਸਮੇਂ ਦੇ ਨਾਲ ਮੁੱਢ ਤੋਂ ਲੈ ਕੇ ਚੱਲਿਆ ਹੈਗਾ। ਤੋ ਸੋ ਜ਼ਰੂਰਤ ਹੈਗਾ ਕਿ ਪੰਜਾਬੀ ਦਾ ਜਿਹੜਾ ਹੈਗਾ ਇਹਦੇ ਬੌਧਿਕ ਵਿਸ਼ਲੇਸ਼ਣ ਦੇ ਵਾਸਤੇ, ਬੌਧਿਕ ਵਿਸ਼ਲੇਸ਼ਣ ਦੇ ਪੱਧਰ ਦੇ ਉੱਪਰ ਪੰਜਾਬੀ ਨਾਟਕ ਨੂੰ ਅਜੇ ਹੋਰ ਸਵਾਰਨ ਦੀ ਅਤੇ ਨਿਖਾਰਨ ਦੀ ਜ਼ਰੂਰਤ ਹੈਗੀ ਹੈ। ਸੋ ਇਹ ਸੀ ਸਾਡੇ ਪੰਜਾਬੀ ਨਾਟਕ ਦਾ ਇਤਿਹਾਸ। ਤੋ ਅਗਲਾ ਸਾਡਾ ਜਿਹੜਾ ਇਸ ਤੋਂ ਬਾਅਦ ਦਾ ਹੈ ਸਾਡਾ ਟੌਪਿਕ ਹੈਗਾ ਵਾ, ਉਹ ਹੈ ਵਾਰਤਕ। ਕਿ ਵਾਰਤਕ ਕੀ ਹੈ? ਵਾਰਤਕ ਵਾਰਤਕ ਪੁਰਾਤਨ ਸਾਹਿਤ ਦੀ ਗੱਲ ਕਰੀਏ, ਪੁਰਾਤਨ ਵਾਂਗਮਿਆਂ ਦੀ ਗੱਲ ਕਰੀਏ, ਲਿਟਰੇਚਰ ਦੀ ਗੱਲ ਕਰੀਏ, ਤੇ ਉਹਦੇ ਵਿੱਚ ਜਿਹੜਾ ਵਾਂਗਮਿਆ ਹੈ, ਲਿਟਰੇਚਰ ਹੈ ਜਾਂ ਅਦਬ ਹੈ, ਉਹ ਦੋ ਜਿਹੜਾ ਹੈਗਾ ਕਿਸਮਾਂ ਦੇ ਵਿੱਚ ਉਹ ਮਿਲਦਾ ਸੀਗਾ, ਦੋ ਕਿਸਮਾਂ ਦੇ ਵਿੱਚ ਉਹ ਪਾਇਆ ਜਾਂਦਾ ਸੀ। ਤੇ ਉਹ ਦੋ ਕਿਸਮਾਂ ਮੂਲ ਰੂਪ ਦੇ ਵਿੱਚ ਇੱਕ ਨੂੰ ਗਦ ਆਖਿਆ ਜਾਂਦਾ ਸੀਗਾ। ਜੇ ਹੁਣ ਗੱਲ ਕਰੀਏ ਸਾਹਿਤ ਦੀ, ਸਾਹਿਤ ਇੱਕ ਤੇ ਗਦ ਹੈ ਔਰ ਇੱਕ ਪਦ ਹੈ। ਗਦ ਤੇ ਪਦ ਦੇ ਵਿੱਚ ਉਹਨੂੰ ਪਾਇਆ ਜਾਂਦਾ ਸੀਗਾ। ਤੋ
ਜੇਕਰ ਜਿਹੜਾ ਗਦ ਪਦ ਹੈ, ਪਦ ਦੀ ਜਿਹੜੀ ਬੰਤਰ ਦੇ ਪੱਧਰ ਦੇ ਉੱਤੇ ਇਹਦੇ ਵਿੱਚ ਲੈ ਸੀ, ਇਹਦੇ ਵਿੱਚ ਲੈ ਦੀ ਸ਼ਮੂਲੀਅਤ ਹੈ, ਰਾਗ ਹੈ, ਮਧੁਰਤਾ ਹੈ। ਤੋ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਇੱਕ ਪ੍ਰਕਾਰ ਦਾ ਸੁਹਜ ਹੈ, ਇਸ ਦੇ ਵਿੱਚ ਭਾਵਾਂ ਦਾ ਵੇਗ ਜਿਹੜਾ ਹੈਗਾ ਉਹ ਭਾਰੂ ਹੁੰਦਾ ਹੈ। ਤੋ ਕੁੱਲ ਮਿਲਾ ਕੇ ਇਹ ਸਾਰੇ ਦੇ ਸਾਰੇ ਤੱਤ ਕਾਵ ਦੇ ਨੇ। ਭਾਵ ਕੀ ਨੇ? ਕਵਿਤਾ ਦੇ ਨੇ। ਕਾਵ ਹੈ ਜਾਂ ਕਵਿਤਾ, ਕਵਿਤਾ ਹੈ, ਕਵਿਤਾ ਦੇ ਇਹ ਤੱਤ ਨੇ, ਸਾਰੇ ਦੇ ਸਾਰੇ ਕਵਿਤਾ ਦੇ ਤੱਤ ਹੈਗੇ ਨੇ। ਤੋ ਜੇ ਗਦ ਦੀ ਗੱਲ ਕਰੀਏ ਤੇ ਗਦ ਜਿਹੜੀ ਹੈਗੀ ਆ, ਗਦ ਫਿਕਸ਼ਨ ਦੇ ਪਰਿਆਏ ਸ਼ਬਦ ਹੈਗਾ, ਅੰਗਰੇਜ਼ੀ ਦਾ ਫਿਕਸ਼ਨ ਹੈ ਉਹਦਾ ਪਰਿਆਏ ਸ਼ਬਦ ਹੈਗਾ। ਤੋ ਇਹਦਾ ਸੰਬੰਧ ਜਿਹੜਾ ਹੈਗਾ ਨਾ, ਇਹ ਬੁੱਧੀ ਤੇ ਜਜ਼ਬੇ ਦੇ ਨਾਲ ਹੈ, ਤਰਕ ਦੇ ਨਾਲ ਹੈ, ਪਰਿਕਲਪਨਾ ਦੇ ਨਾਲ ਹੈ। ਬੁੱਧੀ ਤੇ ਜੋ ਜਜ਼ਬੇ ਦੀ ਭਾਸ਼ਾ ਹੈਗੀ ਹੈ, ਤਰਕ ਦੀ ਭਾਸ਼ਾ ਹੈਗੀ ਆ, ਉਹ ਜਿਹੜੀ ਹੈਗੀ ਆ ਉਹਨੂੰ ਗਦ ਆਖਿਆ ਜਾਂਦਾ ਹੈ। ਤੇ ਗਦ ਦੇ ਵਿੱਚ ਜਿਹੜੀ ਹੈਗੀ ਹੈ ਉਹ ਵਾਰਤਕ, ਪੰਜਾਬੀ ਅਸੀਂ ਵਾਰਤਕ ਦਾ ਜੇ ਲਈਏ ਨਮੂਨਾ, ਇਸ ਜਜ਼ਬੇ ਦੀ ਭਾਸ਼ਾ ਦੇ ਵਿੱਚ, ਇਸ ਤਰਕ ਦੀ ਭਾਸ਼ਾ ਦੇ ਵਿੱਚ, ਤੇ ਗਦ ਦੇ ਵਿੱਚ ਵਾਰਤਕ ਜਿਹੜੀ ਹੈਗੀ ਉਹ ਪ੍ਰਮੁੱਖ ਹੈ, ਪੁਰਾਤਨ ਵਾਰਤਕ ਜਿਹੜੀ ਹੈਗੀ। ਤੋ ਵਾਰਤਕ ਦੇ ਅੱਗੇ ਜਾ ਕਰਕੇ ਇਹਦੇ ਵਿੱਚ ਇੱਕ ਪਰਿਕਲਪਨਾ ਹੈ, ਇੱਕ ਮਿੱਥ, ਇਤਿਹਾਸਕਤਾ ਤੇ ਨਾਲ ਮਿਥਿਹਾਸਕਤਾ ਦਾ ਸੁਮੇਲ ਹੈ। ਦੋਵਾਂ ਨੂੰ ਜਿਹੜਾ ਹੈਗਾ ਇੱਕੋ ਜਿਹੀ ਪਰਖ ਦੇ ਉੱਪਰੋਂ, ਇੱਕੋ ਜਿਹੀ ਕਹਿ ਲਓ ਤੁਸੀਂ ਕਸੌਟੀ ਦੇ ਉੱਪਰ ਜਿਹੜਾ ਹੈਗਾ ਦੋਵਾਂ ਨੂੰ ਪਰਖਿਆ ਗਿਆ ਹੈਗਾ। ਦੋਹਾਂ ਨੂੰ ਇੱਕੋ ਕਹਿ ਲਓ, ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ। ਇਹਨਾਂ ਦਾ ਸਾਥ ਜਿਹੜਾ ਹੈਗਾ ਇਤਿਹਾਸ ਤੇ ਮਿਥਿਹਾਸ ਦਾ ਵਾਰਤਕ ਦੇ ਵਿੱਚ, ਉਹ ਚੋਲੀ ਦਾਮਨ ਦਾ ਸਾਥ ਹੈ। ਪੁਰਾਤਨ ਪੰਜਾਬੀ ਵਾਰਤਕ ਦੀ ਮੈਂ ਗੱਲ ਕਰ ਰਿਹਾ ਇੱਥੇ। ਨਵੀਨ ਰੂਪ ਵੀ ਨੇ ਵਾਰਤਕ ਦੇ, ਜਿਵੇਂ ਰੇਖਾ ਚਿੱਤਰ ਹੈਗੇ ਨੇ, ਨਿਬੰਧ ਹੈਗੇ ਨੇ, ਤੋ ਸੰਸਮਰਨ, ਡਾਇਰੀ ਹੈ, ਸਫ਼ਰਨਾਮਾ ਹੈ, ਤੋ ਨਵੀਨ ਰੂਪ ਨੇ। ਅਸੀਂ ਇੱਥੇ ਪੁਰਾਤਨ ਵਾਰਤਕ ਦੀ ਹੀ ਗੱਲ ਕਰਾਂਗੇ, ਪੁਰਾਤਨ ਜਿਹੜੀ ਵਾਰਤਕ ਹੈਗੀ ਆ ਉਹਦੇ ਸੰਦਰਭ ਦੇ ਵਿੱਚ ਹੀ ਗੱਲ ਕਰਾਂਗੇ। ਤੋ ਇਸ ਪ੍ਰਕਾਰ ਜਿਹੜਾ ਹੈਗਾ ਵਾਰਤਕ ਦਾ ਜਿਹੜਾ ਅਜੋਕਾ ਵਿਕਸਿਤ ਰੂਪ ਹੈਗਾ ਉਹ ਨਿਬੰਧ ਹੈ, ਉਹ ਲੇਖ ਹੈ। ਤੋ ਲੇਖ ਨੂੰ ਵਾਰਤਕ ਦਾ ਜਿਹੜਾ ਹੈਗਾ ਹੁਣ ਦਾ ਅਜੋਕਾ ਵਿਕਸਿਤ ਰੂਪ ਮੰਨਿਆ ਜਾ ਸਕਦਾ ਹੈ। ਤੋ ਇਸ ਪ੍ਰਕਾਰ ਇਸ ਬੁੱਧੀ ਦੀ, ਇਸ ਜਜ਼ਬੇ ਦੀ, ਇਸ ਕਲਪਨਾ ਦੀ ਭਾਸ਼ਾ ਦੇ ਸੰਦਰਭਗਤ ਜਦੋਂ ਅਧਿਐਨ ਕੀਤਾ ਜਾਂਦਾ ਹੈ ਤੇ ਸਭ ਤੋਂ ਪੁਰਾਣੀਆਂ ਜਿਹੜੀਆਂ ਦੋ ਵਾਰਤਕਾਂ ਸਾਡੇ ਕੋਲ ਹੁਣ ਤੱਕ ਉਪਲਬਧ ਹੁੰਦੀਆਂ ਨੇ। ਇਹ ਪਦ ਦਾ ਤਾਂ ਹੋ ਗਿਆ ਕਵਿਤਾ ਨਾਲ ਸੰਬੰਧ, ਤੇ ਵਾਰਤਕ ਦਾ ਹੋ ਗਿਆ ਗਦ ਨਾਲ ਸੰਬੰਧ, ਭਾਵ ਜੋ ਲਿਖਤ ਦੇ ਵਿੱਚ ਹੈਗੀ ਹੈ, ਜਿਹਨੂੰ ਤੁਸੀਂ ਵੈਸੇ ਇੱਕ ਵਾਕਾਂ ਦੇ ਵਿੱਚ ਰਚਨਾ ਜੋ ਤੁਸੀਂ ਲਿਖਦੇ ਹੋ, ਪਦਾਂ ਦੇ ਵਿੱਚ ਲਿਖਦੇ ਹੋ, ਤੋ ਇਹਦਾ ਸੰਬੰਧ ਜਿਹੜਾ ਹੈਗਾ ਉਹ ਵਾਰਤਕ ਦੇ ਨਾਲ ਹੈ। ਤੋ ਪੁਰਾਤਨ ਵਾਰਤਕ ਜਿਹੜੀਆਂ ਹੁਣ ਤੱਕ ਦੋ ਤਰ੍ਹਾਂ ਦੀ ਵਾਰਤਕ ਜਿਹੜੀਆਂ, ਸਭ ਤੋਂ ਪ੍ਰਾਚੀਨ ਗੱਲ ਕਰੀਏ ਤਾਂ ਪ੍ਰਾਚੀਨ ਵਾਰਤਕਾਂ ਦੇ ਵਿੱਚ, ਵਾਰਤਕਾਂ ਦੇ ਸੰਦਰਭ ਦੇ ਵਿੱਚ ਸੰਤ ਇੰਦਰ ਸਿੰਘ ਚੱਕਰਵਰਤੀ ਅਨੁਸਾਰ ਬਾਬਾ ਫਰੀਦ ਦਾ ਇੱਕ ਪੱਧਤੀਨਾਮਾ ਉਹ ਕਹਿੰਦੇ ਨੇ। ਪੱਧਤੀਨਾਮਾ ਜੋ ਬਾਬਾ ਫਰੀਦ ਦਾ ਹੈ ਜਾਂ ਕਿਸੇ ਹੋਰ ਕਵੀ ਦਾ, ਇਹਦੇ ਬਾਰੇ ਸਪਸ਼ਟ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਸ ਦੀ ਰਚਨਾ ਹੈ। ਇਹਦੀ ਜਿਹੜਾ ਰਚਨਾ ਕਾਲ ਹੈਗਾ ਉਹ 11ਵੀਂ ਸਦੀ ਹੈ। ਤਾਂ ਪੱਧਤੀਨਾਮਾ ਉਹ ਕਹਿੰਦੇ ਕਿ ਪੁਰਾਤਨ ਹੈ। ਇਹਦੇ ਸਮਵਿਥੀ ਜਿਹੜੇ ਡਾਕਟਰ ਤਰਲੋਚਨ ਸਿੰਘ ਬੇਦੀ ਨੇ, ਤਰਲੋਚਨ ਸਿੰਘ ਬੇਦੀ ਮੁਤਾਬਕ ਇਕਾਦਸ਼ੀ ਮਹਾਤਮ ਜਿਹੜੀ ਪੁਰਾਤਨ ਹੈ, ਇਹ 11ਵੀਂ ਸਦੀ ਦੀ ਮੰਨੀ ਜਾਂਦੀ ਹੈ। 11ਵੀਂ ਸਦੀ, 11ਵੀਂ ਸੈਂਚਰੀ ਦੀ, ਔਰ ਇਹ ਜਿਹੜੀ ਹੈਗੀ ਆ ਇਹ 13ਵੀਂ ਸਦੀ ਦੀ ਜਿਹੜੀ ਮੰਨੀ ਜਾਂਦੀ ਰਚਨਾ ਹੈਗੀ ਹੈ। ਇਕਾਦਸ਼ੀ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਕਾਰਸੀ ਨੂੰ ਜਾਂ 11ਵੀਂ ਨੂੰ, 10ਵੇਂ ਚੰਦਰਮਾ ਦੀ 10ਵੀਂ ਤਿਥੀ ਤੋਂ ਬਾਅਦ, ਜਦੋਂ ਚੰਦਰਮਾ ਚੜ੍ਹਨਾ ਉਹਦਾ ਸ਼ੁਕਲ ਪੱਖ ਹੁੰਦਾ ਹੈਗਾ, ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਤਾਂ ਉਹਦੀ ਜਿਹੜੀ 10ਵੀਂ ਤਿਥੀ ਤੋਂ ਬਾਅਦ 11ਵੀਂ ਤਿਥੀ ਆਉਂਦੀ, ਸੰਸਕ੍ਰਿਤ ਵਿੱਚ ਉਹਨੂੰ ਇਕਾਦਸ਼ੀ, 10 ਤੇ ਇਕਾਦਸ਼ੀ ਭਾਵ 11ਵੀਂ ਤਿਥੀ ਨੂੰ ਆਖਿਆ ਜਾਂਦਾ ਹੈਗਾ। ਤੋ ਇਹ ਪੁਰਾਤਨ ਜਿਹੜਾ ਹੈਗਾ ਵਾਰਤਕ ਦੇ ਰੂਪ ਨੇ। ਪੁਰਾਤਨ ਵਾਰਤਕ ਦੇ ਜਿਹੜੇ ਦੋ ਰੂਪ ਮੰਨੇ ਗਏ ਨੇ, ਸਭ ਤੋਂ ਪ੍ਰਾਚੀਨ ਨੇ ਜਿਹੜੇ। ਤੋ ਇਹਨਾਂ ਦੇ ਵੈਸੇ ਜਿਹੜੇ ਨਮੂਨੇ ਹੈਗੇ ਨੇ ਵਧੇਰੇ ਪ੍ਰਮਾਣਿਕ ਨਹੀਂ ਮੰਨੇ ਹੈਗੇ ਵਿਦਵਾਨਾਂ ਨੇ।
कि इन्हां दी प्रमाणिकता दे वल कोई दा जिहड़ी कोई खास कोई सर्टिफिकेट किसी ने नहीं दिता कि इन्हां दी प्रमाणिकता दे बारे किसी ने कोई मोहर नहीं लाई। मूल रूप दे विच ये दोने मन्ने जांदे ने। ते जेकर गल करिए असीं जिहड़ा हैगा मुढ़ली पंजाबी वार्तक दे उपर बुद्ध इन्हां तो बाद दी वार्तक दी गल करिए ते उहदे उपर बुद्ध धर्म दीआं जातक कथावां दा जिहड़ा प्रभाव है, संस्कृत ते पर्शियन दे जिहड़े टीके होए ने उस दे उपर भाषा लिखे गए ने उन्हां दा प्रभाव है। गोष्टां दे उपर जे वेखिए ते वैष्णव जिहड़े अवतारां दे संदर्भ दे विच गल्लां होईआं ने उन्हां दा जिहड़ा प्रभाव प्रतੱਖ दिखदा है। तो मूल रूप दे विच जिहड़ी मुढ़ली वार्तक हैगी आ, मुढ़ली वार्तक दा संबंध खास करके जिहड़ा हैगा वो सिख गुरु साहिबान नाल है। गुरु घर दीआं व्याख्या प्रणालियां दे नाल उहदा संबंध हैगा। गुरु घर दे जिहड़े व्याख्या प्रणालियां सीगीआं, गुरु घर दे नाल जुड़े होए लोक सी, उन्हां दे संदर्भ दे विच जिहड़ा हैगा जां गुरु साहिबान गुरु घरां दे संदर्भ दे विच मुढ़ली जिहड़ी हैगी सीगी वो वार्तक लिखी गई है। जां गुरु साहिबानां दे चरित्र नूं, उन्हां दे जीवन दी रंगत नूं जिहड़ी हैगी आ वो मूल रूप दे विच पेश करन वाली जिहड़ी विधा हैगी आ वो मुढ़ली वार्तक हैगी आ। तो सब तो पहलां असीं गल करदे हां कि पंजाबी वार्तक दे जिहड़े जिहड़े रूप ने, किहड़े-किहड़े रूप ने पंजाबी वार्तक दे। पंजाबी वार्तक ये मध्यकाल के कंटैक्सट दे विच मैं गल कर रहा, मिडल एज हैगी जिहड़ी मध्यकाल की गल है उहदी कंटैक्सट की गल है। दे मुढ़ले रूप जन्म साखी, टीके, परमार्थ, पर्चियां, हुक्मनामे, रहतनामे, गोष्टां, तो इस तो छुट कुछ अनुवाद भी हैगे ने, कुछ वचन भी हैगे ने। तो थोड़ा जा वचन ते अनुवाद ये जिहड़े हैगे ने पुरातन वार्तक दे सारे रूप ने। तो सब तो पहला गल करते हैं असीं जन्म साखी के संदर्भ दे विच। ये सारे गद दे विच लिखे गए रूप ने जो सानू मध्यकाल दे विच अवेलेबल हैगे ने, मिलते हैगे ने, अज साडे तक पहुँचते हैगे ने। तो मूल रूप दे वार्तक दा मध्यकाली रूप जिहड़ा जन्म साखी हैगी वो सब तो पहला जिहड़ी है वो प्रचलित रही है। जन्म साखी का जिहड़ा संबंध हैगा वो गुरु नानक साहब दे जीवन नाल है। गुरु नानक साहब दे बचपन तो लैके उन्हां दी बृद्ध अवस्था तक अगे गुरु अंगद देव जी महाराज नूं गुरगद्दी देण तक दा जिहड़ा बरतांत हैगा, संबंध हैगा, उन्हां दे परिवारक जीवन दा जिहड़ा संबंध हैगा वो जन्म साखियां दा जिहड़ा हैगा मुख विशा है। जन्म साखियां दे विच कोई इन्हां दी प्रमाणिकता बारे ते गल नहीं कही जा सकदी। इन्हां दी जिहड़ी प्रमाणिकता हैगी है, इन्हां दे ये रचनावां गुरु नानक उन्हां दे जीवनीआं हन भी जां नहीं हन, जां ये कह सकते हैं कि इन्हां दे विच जिहड़ा हैगा वा मोटिफ जां कथानक रूढ़ियां दी इन्नी मात्रा दे विच वरतों कीती गई है किते ना किते मिथ कथावां बन सानूं इउं लगदियां कि मिथ कथावां हुंदियां ने मूल रूप च। तो जेकर जन्म साखियां की गल करिए तो जन्म साखियां जिहड़ियां हैगीआं इन्हां दी रौचकता जिहड़ी इहदे विच बड़ी इहदे विच जिहड़ी हैगी ना कल्पना की पुठ लाई गई हैगी है। कुछ किते इतिहासकता है और उहदे नाल नाल जिहड़ी कल्पना की पुठ ला के जिहड़ा इन्हां नूं विख्यात कीता गया हैगा इहदे विच गुरु साहब दे जीवन नूं। तो इहदे विच गल करिए पहली हैगी पुरातन जन्म साखी। पुरातन जन्म साखी इहनूं कालबरुक वाली जन्म साखी भी कहिंदे ने जां वलैत वाली जन्म साखी भी कहा जाता है, क्योंकि ये भाई वीर सिंह के अकॉर्डिंग जिहड़ी ये जन्म साखी हैगी है ये कालबरुक नाम के अंग्रेज़ नूं वलैत दे विच मिली सी। तो इहदा खरड़ा उत्थे मिलिया सी, इस करके इहनूं वलैत वाली जन्म साखी भी कहिंदे ने। उस तो बाद दे विच मेहरबान वाली जन्म साखी, मेहरबान वाली जन्म साखी
फिर उस तो बाद बाले वाली जन्म साखी, क्योंकि बाला जिहड़ा हैगा वो गुरु नानक कुछ क विद्वान इहनूं प्रमाणिक मानते हैं, क्योंकि बाला गुरु साहब दे नाल लंबा समा जिहड़ा रहा है, उन्हां दे यात्रावां दे दौरान उन्हां दे नाल जिहड़ा हैगा उन्हां नाल जिहड़ा हैगा जुड़िया रहा हैगा। उस तो बाद दे विच हिंदालियां वाली जन्म साखी है, एक हिंदालियां वाली जन्म साखी, आदि साखियां साखियां बाबे के मुख कियां। तो ये ਜਿਹੜੀਆਂ कुछ ਜਿਹੜੀਆਂ जन्म साखियां ने वो साडे कोल मिलदियां ने। इस तो बिना बाबा फरीद के जन्म के नाल संबंधित जन्म साखियां भी हैगियां ने, भगत कबीर के जन्म के नाल भी संबंधित हैगियां ने। सो कुल मिला के भाई बिधि चंद के जन्म वाली जन्म साखी भी एक मिलती हैगी है। फिर सतगुर जी के मुखियां जन्म साखियां भी मिलदियां ने। तो कुल मिला के जिहड़ा हैगा इस प्रकार ये जिहड़ी परंपरा ये जन्म साखियां दी मिलदी हैगी। महापुरखां दे जीवन दे नाल जे शॉर्ट दे विच कहीए तो महापुरखां दे जीवन दे नाल संबंधित ये बिरतांत ने। दूजे आ जांदे हैगे ने टीके, जिहड़े मूल रूप दे विच टीका ने। टीका हैगा, टीका संस्कृत दे भाषा दा पर्याय शब्द है। किसी चीज़ नूं तुसीं एक्सप्लेन कर रहे हो, ਉਹਨੂੰ ਸੁਖੈਨ ਭਾਸ਼ਾ ਵਿੱਚ ਲਿਖ ਰਹੇ ਹੋ, ਉਹਦੇ ਉੱਪਰ ਤੁਸੀਂ ਇੱਕ ਵ੍ਰਿਤੀ ਲਿਖ ਰਹੇ ਹੋ। ਕੀ ਹੁੰਦਾ ਹੈਗਾ ਕਿ ਇੱਕ ਮੇਨ ਇੱਕ ਗ੍ਰੰਥ ਹੈ, ਉਹ ਗ੍ਰੰਥ ਦੇ ਵਿੱਚ ਇੱਕ ਬਾਣੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਤੁਸੀਂ ਜਪਜੀ ਸਾਹਿਬ ਨੂੰ ਵਿਖਿਆਤ ਕਰ ਰਹੇ ਹੋ। तो जो मध्यकाल दे विच पुरातन उदासीन संत हुंदे सी, निर्मले संत हुंदे सीगे जां संप्रदायी संत हुंदे सीगे, ते उन्हां ने जिहड़ियां बाणियां नूं मध्य अपने कह लो तुसीं भी जिवें जप है, सिद्ध गोष्ठ है, दक्षिणी ओंकार है, उस तो बाद विच पट्टी है, 12वां तुखारी है, सुखमणी सहंसरनामा है। ये सारे दे सारे पुरातन जिहड़े उस वेले दे विद्वान हुंदे सीगे, तो उन्हां ने इन्हां दे उपर भाषा लिखे, इन्हां दे उपर वृत्ति लिखी, भाव कि इन्हां नूं एक्सप्लेन किया, इन्हां नूं विख्यात किया। उहदे विच जो अर्थ की गुरु साहिबान ने अभिव्यंजना की सीगी, उस अर्थ नूं अगे विद्वानां ने खोल के आम जन सधारण तक पहुँचाया कि उहदे विच उन्हां ने कहना की चाहया हैगा, उहदे विच भाव उहदा की है, उहदे विच मायना की हैगा, उहदे जिहड़े अर्थ किहड़े हैगे ने। तो ये जिहड़ी सीगी ये टीके की विशेषता हुंदी सी, ये उस वेले दे टीके हुंदे सीगे। उस तो बाद दे विच गल करिए तां आ जांदी सी परमार्थ दी। सो परमार्थ एक सीधे तौर के उपर जे असीं गल करते हैं कि जिहड़ा परमार्थ हैगा, तो परमार्थ एक प्रकार के जिहड़े अध्यात्मक मसले हुंदे सन। अध्यात्मक कह लो ना भी एक मसला है, अध्यात्म पद्धर की गल है, उहदे विच परमार्थ की गल है, रब नूं मिलण की गल हैगी है। रब अध्यात्मवाद दे विच एक साधक किस प्रकार जिहड़ा परमार्थ नूं प्राप्त कर सकता है, उस संबंध दे विच जिहड़े उस वेले दे संत सीगे, उस वेले दे महापुरुष सी, सो उन्हां ने परमार्थ दे अकॉर्डिंग उस गल्लां नूं उस वो जिहड़े अध्यात्म मसले सीगे उन्हां नूं एक्सप्लेन कीता हैगा उत्थे जा करके परमार्थ दे संदर्भ दे विच। तीजी किस्म जी सीगी इहदी आउंदी हैगी है, वो है परचियां। तो परचियां दे विच की सीगा कि संगत सीगी जिहड़ी, जिवें हुण गुरु साहिबान वल्लों जां गुरु घर दे जिहड़े व्याख्या करन वाले जिहड़े सीगे उस वेले दे विद्वान सीगे, जिवें असीं गल करदे हैगे कि सेवा पंथी सी, जिवें भाई अड्डण शाह सीगे, सहज राम सी, सेवा राम सीगे, तो बाबा गुलाब सिंह सीगे। तो उस वेले संगत की सी परचियां दे उपर अपना जिहड़ा सीगा वो लिख के उन्हां नूं भेज दिंदी सी, और उस तो बाद दे विच वो जिहड़े जिहड़े अध्यात्म पद्धर दीयां गल्लां हुंदियां सी, उहदे च स्पिरिचुअलिटी नाल संबंधित गल्लां हुंदियां सी, वो उन्हां दा जवाब लिख के अगे करके भेजिया करदे सन। तो उन्हां नूं परचियां आख्या जांदा सी। उस चीज़ का जवाब लिख के उचित जवाब दे के जिहड़ा हैगा वो भेजदे, जिवें परची भाई अड्डण शाह, परची सहज राम, परची सेवा राम, ये ਸਾਹਿਤ ਦੇ ਵਿੱਚ मिलण वाले परचियां ਦੇ वार्तक ਦੇ रूप ने। ਉਹਦੇ ਵਿੱਚ ਤੁਹਾਡਾ ਇੱਕ सवाल ਹੁੰਦਾ ਸੀਗਾ जो अध्यात्म मसले नाल संबंध रखदा सी, और संबंधित जिहड़े विद्वान सीगे, संबंधित जिहड़े परंपराई विद्वान सी, सनातनी सी जां उदासीन सी जां सेवापंथी सीगे, ਉਹ उस दा जिहड़ा जवाब, उस परमार्थक मसले दा जवाब, उस हल लिख के उस दा परची दे उपर तुहानूं वापस करदे हुंदे सी। तो इन्हां नूं परचियां आख्या जांदा सी। तो उस तो बाद दे विच फिर की आ गया हुक्मनामे।
ਜਿਹੜੇ ਹੁਕਮਨਾਮੇ ਨੇ, ਹੁਕਮਨਾਮੇ ਜਿਹੜੇ ਗੁਰੂ ਸਾਹਿਬਾਨ ਤੇ ਗੁਰੂ ਸਾਹਿਬਾਨ ਦੇ ਪਰਿਵਾਰਾਂ ਵੱਲੋਂ ਸਮੇਂ-ਸਮੇਂ ਤੇ ਸਿੱਖ ਸੰਗਤ ਦੇ ਨਾਂ ਤੇ ਜਾਰੀ ਕੀਤੇ ਗਏ ਇੱਕ ਆਦੇਸ਼ ਪੱਤਰ ਹੁੰਦੇ ਸਨ। ਤੋ ਇਹ ਮੂਲ ਰੂਪ ਦੇ ਵਿੱਚ ਇਹਨਾਂ ਦਾ ਜਿਹੜਾ ਸੰਬੰਧ ਹੁੰਦਾ ਸੀਗਾ ਕਿ ਗੁਰੂ ਘਰ ਦੇ ਜਿਹੜੇ ਕਾਰਦਾਰ ਹੁੰਦੇ ਸੀਗੇ ਜਾਂ ਮਸੰਦ ਹੁੰਦੇ ਸੀਗੇ ਜਾਂ ਆਮ ਸਿੱਖ ਸੰਗਤ ਹੁੰਦੀ ਸੀ, ਉਹਨਾਂ ਤੱਕ ਗੁਰੂ ਸਾਹਿਬਾਨ ਦੇ ਜਿਹੜੇ ਹੁਕਮ ਸੀ ਉਹਨਾਂ ਦੇ ਦੁਆਰਾ ਦਿੱਤੇ ਗਏ, ਉਹਨਾਂ ਨੂੰ ਜਿਹੜਾ ਉਹ ਅਲਾਓ ਕਰਾਉਣ, ਉਹ ਜਿਹੜੇ ਹੁਕਮ ਸੀ ਉਹਨਾਂ ਨੂੰ ਲਾਗੂ ਕਰਾਉਣਾ ਹੁੰਦਾ ਸੀਗਾ ਕਿ ਕਿਸ ਪ੍ਰਕਾਰ ਜੀ। ਜਿਵੇਂ ਹੁਣ 6ਵੇਂ ਪਾਤਸ਼ਾਹ ਦਾ ਹੁਕਮਨਾਮਾ ਇੱਕ ਪ੍ਰਾਪਤ ਹੁੰਦਾ ਹੈ, ਉਹਦੇ ਵਿੱਚ ਉਹ ਗੱਲ ਕਰਦੇ ਨੇ ਸਿੱਖਾਂ ਨੂੰ ਮਾਸ ਮੱਛੀ ਦੀ ਗੱਲ ਕਰਦੇ ਨੇ ਕਿ ਨੇੜੇ ਨਹੀਂ ਜਾਣਾ ਹੈਗਾ ਜੀ। ਫਿਰ ਇਸ ਤੋਂ ਬਾਅਦ ਇੰਨਾ ਕੁ ਗੁਰੂ ਘਰ ਵਾਸਤੇ ਜਿਹੜੀ ਕਾਰ ਭੇਟ ਚਾਹੀਦੀ ਉਹ ਭੇਜੀ ਜਾਵੇ, ਰਸਦ ਭੇਜੀ ਜਾਵੇ। ਤਾਂ ਇਸ ਪ੍ਰਕਾਰ ਦੇ ਜਿਹੜੇ ਹੁਕਮਨਾਮੇ ਉਹ ਜਾਰੀ ਕੀਤੇ ਜਾਂਦੇ ਸੀਗੇ ਸਮੇਂ-ਸਮੇਂ ਤੇ ਸਿੱਖ ਸੰਗਤ ਦੇ ਨਾਂ ਤੇ ਗੁਰੂ ਸਾਹਿਬਾਨ ਵੱਲੋਂ। ਤੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਫਿਰ ਰਹਿਤਨਾਮੇ ਸੀ। ਤੋ ਰਹਿਤਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਸਿੱਖ ਸੰਗਤ ਨੂੰ ਜੋ ਖਾਲਸਾ ਪੰਥ ਦੀ ਉਹਨਾਂ ਨੇ ਸਾਜਨਾ ਕੀਤੀ, ਉਹਦੇ ਵਿੱਚ ਰਹਿਤ ਮਰਿਆਦਾ ਦਾ ਬਿਆਨ ਕੀਤਾ ਗਿਆ ਕਿ ਕਿਸ ਪ੍ਰਕਾਰ ਉਹਨਾਂ ਨੇ ਰਹਿਤ ਰੱਖਣੀ ਹੈਗੀ ਆ, ਰਹਿਤ ਮਰਿਆਦਾ ਤੇ ਪੂਰਨ ਰਹਿਣਾ ਹੈਗਾ, ਕਿਸ ਪ੍ਰਕਾਰ ਆਪਣਾ ਜਿਹੜੀ ਸੁਰਤ ਤੇ ਜਿਹੜਾ ਸੀਰਤ ਤੇ ਸੂਰਤ ਦਾ ਜਿਹੜਾ ਹੈਗਾ ਇਖਲਾਕ ਦੇ ਪੱਧਰ ਦੇ ਉੱਪਰ ਇਖਲਾਕ ਨੂੰ ਕਾਇਮ ਰੱਖਣਾ ਹੈ। ਚੌਪਾ ਸਿੰਘ ਖਡਾਵਾ ਹੈਗਾ। ਤੋ ਉਸ ਤੋਂ ਬਾਅਦ ਦੇਸਾ ਸਿੰਘ ਵਾਲਾ ਰਹਿਤਨਾਮਾ ਹੈ। ਤੋ ਰਹਿਤਨਾਮਿਆਂ ਦੇ ਵਿੱਚ ਉਹ ਵੀ ਇੱਕ ਪ੍ਰਕਾਰ ਦੇ ਆਦੇਸ਼ ਹੁੰਦੇ ਸੀਗੇ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਉਹ ਰਹਿਤ ਦੇ ਵਿੱਚ ਰਹਿਣਾ ਹੈ, ਰਹਿਤ ਨੂੰ ਆਪਣਾ ਪੂਰਾ ਰੱਖਣਾ ਹੈਗਾ, ਸਿੱਖ ਸਿਧਾਂਤਾਂ ਦੇ ਅਨੁਕੂਲ ਜੀਵਨ ਜਾਂਚ ਜਿਹੜੀ ਬਣਾ ਕੇ ਰੱਖਣੀ ਹੈ, ਉਹਨਾਂ ਨੂੰ ਰਹਿਤਨਾਮੇ ਆਖਿਆ ਜਾਂਦਾ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਫਿਰ ਕੀ ਆ ਜਾਂਦਾ ਸੀਗਾ, ਗੋਸ਼ਟਾਂ। ਗੋਸ਼ਟਾਂ ਵੀ ਗੁਰੂ ਸਾਹਿਬਾਨ ਵੱਲੋਂ, ਗੋਸ਼ਟਾਂ ਦਾ ਸੰਬੰਧ ਮੂਲ ਰੂਪ 'ਚ ਗੁਰੂ ਨਾਨਕ ਸਾਹਿਬ ਨਾਲ ਜੋੜਿਆ ਜਾਂਦਾ ਹੈਗਾ। ਤੇ ਗੁਰੂ ਸਾਹਿਬਾਨ ਵੱਲੋਂ ਜਿਹੜੇ ਮਸਲੇ ਹੁੰਦੇ ਸੀਗੇ, ਅਧਿਆਤਮਿਕ ਪੱਧਰ ਦੇ ਮਸਲੇ ਹੁੰਦੇ ਸੀ, ਉਹਨਾਂ 'ਤੇ ਕੀਤੀ ਗਈ ਦੂਸਰੇ ਮਹਾਂਪੁਰਸ਼ਾਂ ਦੇ ਨਾਲ, ਹੋਰ ਸੰਪਰਦਾਵਾਂ ਦੇ ਵਾਲੇ ਹੋਰ ਧਰਮਾਂ ਦੇ ਮਹਾਂਪੁਰਸ਼ਾਂ ਦੇ ਨਾਲ ਸਿਧਾਂਤਕ ਪੱਧਰ ਦੀ ਕੀਤੀ ਗਈ ਉਹਨਾਂ ਦੀ ਵਿਚਾਰ ਵਿਮਰਸ਼ ਹੁੰਦੇ ਸੀ। ਗੋਸ਼ਟ ਦਾ ਅਰਥ ਹੁੰਦਾ, ਗੋਸ਼ਟ ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਜੋ ਅੰਗਰੇਜ਼ੀ ਦੇ ਵਿੱਚ ਗੋਸ਼ਟ ਨੂੰ ਸੈਮੀਨਾਰ ਕਿਹਾ ਜਾਂਦਾ ਹੈਗਾ। ਤੋ ਇੱਥੇ ਜਿਹੜਾ ਇਹਦਾ ਸੰਬੰਧ ਸੀਗਾ ਗੋਸ਼ਟ ਦਾ, ਉਸ ਮਸਲੇ ਦੇ ਸੰਬੰਧ ਦੇ ਵਿੱਚ ਉਹ ਇੱਕ ਕਾਰਿਆਸ਼ਾਲਾ ਕਹਿ ਸਕਦੇ ਹੋ ਤੁਸੀਂ, ਉਸ ਪ੍ਰਕਾਰ ਦੀ ਇੱਕ ਵਰਕਸ਼ਾਪ ਹੁੰਦੀ ਸੀਗੀ, ਇੱਕ ਵਿਚਾਰਧਾਰਾ ਦਾ ਆਦਾਨ ਪ੍ਰਦਾਨ ਹੁੰਦਾ ਸੀਗਾ ਗੋਸ਼ਟਾਂ ਦੇ ਵਿਚਾਰ ਵਿੱਚ। ਜਿਵੇਂ ਗੁਰੂ ਨਾਨਕ ਸਾਹਿਬ ਦੀ ਅਜਿੱਤੇ ਰੰਧਾਵੇ ਨਾਲ ਗੋਸ਼ਟ, ਕਾਰੂ ਨਾਲ ਗੋਸ਼ਟ, ਬਾਬੇ ਲਾਲ ਨਾਲ ਗੋਸ਼ਟ, ਨਿਰੰਕਾਰ ਨਾਲ ਗੋਸ਼ਟ। ਤੋ ਇਹ ਸਾਰੀਆਂ ਗੁਰੂ ਸਾਹਿਬਾਨ ਦੀਆਂ ਉਸ ਵੇਲੇ ਦੀਆਂ ਗੋਸ਼ਟਾਂ ਸੀ। ਸਿੱਧਾ ਨਾਲ ਗੋਸ਼ਟ ਰਾਮਕਲੀ ਦੇ ਵਿੱਚ ਜੋ ਬਾਣੀ ਵੀ ਦਰਜ ਹੈਗੀ ਆ। ਤੋ ਇਹ ਸਾਰੀਆਂ ਗੋਸ਼ਟਾਂ ਸੀ, ਉਸ ਅਧਿਆਤਮਿਕ ਮਸਲੇ ਨੂੰ ਲੈ ਕੇ ਕੀਤੀ ਗਈ ਡਿਸਕਸ਼ਨ ਸੀ, ਉਹਨਾਂ ਦਾ ਵਿਚਾਰ ਵਟਾਂਦਰਾ ਹੁੰਦਾ ਸੀਗਾ। ਤੋ ਅਗਲਾ ਹੈਗਾ ਜਿਹੜਾ ਵਚਨ। ਵਚਨ ਵੀ ਉਸ ਵੇਲੇ ਦੇ ਪੀਰ ਫਕੀਰ ਹੁੰਦੇ ਸੀਗੇ, ਜਿਹੜੇ ਸਾਈਂ ਲੋਕ ਹੁੰਦੇ ਸੀਗੇ, ਜਿਹੜੇ ਰੱਬ ਨੂੰ ਕਹਿ ਲਓ ਜੋਹਦ ਦੇ ਵਿੱਚ ਜਿਨ੍ਹਾਂ ਨੇ ਜ਼ਿੰਦਗੀ ਨੂੰ ਆਪਦੀ ਨੂੰ ਜਿਹੜਾ ਗੁਜ਼ਾਰਿਆ ਸੀ, ਆਲਮੇ ਲਾਹੂਤ ਤੱਕ ਜਿਨ੍ਹਾਂ ਦੀ ਰਸਾਈ ਸੀਗੀ, ਉਹਨਾਂ ਦੇ ਉਹ ਵਚਨ ਹੁੰਦੇ ਸੀ ਸੰਗਤਾਂ ਦੇ ਨਾਲ। ਉਹ ਵੀ ਇੱਕ ਲਿਖਤ ਰੂਪ ਹੋਇਆ ਜਿਹੜਾ ਸੀਗਾ, ਉਹ ਆਪਣਾ ਵਾਰਤਕ ਦਾ ਰੂਪ ਸੀ। ਉਸ ਤੋਂ ਬਾਅਦ ਆ ਗਿਆ ਅਨੁਵਾਦ। ਅਨੁਵਾਦ ਮੀਨਸ ਟਰਾਂਸਲੇਸ਼ਨ। ਤੋ ਕੀ ਹੋਇਆ ਕਿ ਅਨੁਵਾਦ ਜਿਹੜਾ ਸੀਗਾ ਉਹ ਮਹਾਭਾਰਤ, ਰਮਾਇਣ ਤੋ ਸ਼੍ਰੀਮਦ ਭਗਵਤ ਗੀਤਾ, ਇਹੋ ਜਿਹੇ ਗ੍ਰੰਥਾਂ ਦਾ ਜਿਹੜਾ ਸੀਗੇ ਉਸ ਵੇਲੇ ਦੇ ਵਿਦਵਾਨ ਸੀਗੇ, ਖਾਸ ਕਰਕੇ ਇਸ ਪੱਧਰ ਦੇ ਵਿੱਚ ਨਿਰਮਲੇ ਸੰਤਾਂ ਦੀ ਤੇ ਉਦਾਸੀਨ ਸੰਤਾਂ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈ ਉਸ ਵੇਲੇ ਦਿਆਂ ਦੀ। ਤੋ ਉਹ ਅਨੁਵਾਦ ਕੀਤੇ ਗਏ। ਤਾਂ ਇਸ ਪ੍ਰਕਾਰ ਇਹ ਮੱਧਕਾਲੀ ਜਿਹੜੇ ਮੁੱਖ ਰੂਪ ਨੇ। ਇਸ ਤੋਂ ਬਾਅਦ ਦੇ ਵਿੱਚ ਸਿੱਖਾਂ ਦੀ ਭਗਤਮਾਲਾ ਹੈਗੀ ਹੈ, ਗਿਆਨ ਰਤਨਾਵਲੀ ਹੈਗੀ ਹੈ। ਤੋ ਇਹ ਵੀ ਜਿਹੜੇ ਮੂਲ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਵਾਰਤਕ ਦੇ ਜਿਹੜੇ ਪੁਰਾਤਨ ਵਾਰਤਕ ਦੇ ਰੂਪ ਨੇ। ਤੋ ਆਧੁਨਿਕ ਵਾਰਤ ਦੇ ਵਿੱਚ ਜਿਹੜੇ ਆ ਜਾਂਦੇ ਨੇ ਉਹ ਲੇਖ ਨੇ, ਨਿਬੰਧ ਨੇ। ਤਾਂ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਫਿਰ ਇਸ ਤੋਂ ਇੱਕ ਸਫ਼ਰਨਾਮੇ ਨੇ, ਸੰਸਮਰਨ ਨੇ, ਡਾਇਰੀ ਹੈ। ਤੋ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਮੂਲ ਰੂਪ ਦੇ ਵਿੱਚ ਖਾਸ ਕਰਕੇ ਰੇਖਾ ਚਿੱਤਰ ਨੇ। ਤੋ ਖਾਸ ਕਰਕੇ ਵਾਰਤਕ ਦੀ ਜਿਹੜੀ ਕੈਟਾਗਰੀ ਦੇ ਵਿੱਚ ਉਹ ਮੂਲ ਰੂਪ ਦੇ ਵਿੱਚ ਆਧੁਨਿਕ ਜੋ ਨਿਬੰਧ ਹੈ, ਲੇਖ ਹੈ, ਉਹਨੂੰ ਸ਼ਾਮਲ ਕੀਤਾ ਜਾਂਦਾ ਹੈ। ਤੇ ਨਿਬੰਧਕਾਰਾਂ ਦੇ ਵਿੱਚ ਗੱਲ ਕਰਦੇ ਹੈਗੇ ਅਸੀਂ, ਸ਼ਰਧਾ ਰਾਮ ਫਲੌਰੀ ਹੈ, ਗਿਆਨੀ ਦਿੱਤ ਸਿੰਘ ਹੈਗਾ ਵਾ, ਪ੍ਰੋਫੈਸਰ ਪੂਰਨ ਸਿੰਘ ਹੈ, ਡਾਕਟਰ ਬਲਵੀਰ ਸਿੰਘ ਹੈ, ਫਿਰ ਆਪਣੇ ਸਰਦਾਰ ਕਪੂਰ ਸਿੰਘ ICS ਨੇ, ਪ੍ਰਿੰਸੀਪਲ ਤੇਜਾ ਸਿੰਘ ਨੇ, SS ਅਮੋਲ ਨੇ, ਪ੍ਰੋਫੈਸਰ ਸਾਹਿਬ ਸਿੰਘ ਨੇ, ਗੁਰਬਖਸ਼ ਸਿੰਘ ਪ੍ਰੀਤਲੜੀ ਨੇ। ਤਾਂ ਇਸ ਤੋਂ ਛੁੱਟ ਜਿਹੜੇ ਹੈਗੇ ਨੇ ਸਾਡੇ ਕੋਲ ਲਾਲ ਸਿੰਘ ਕਮਲਾ ਅਕਾਲੀ ਹੈਗਾ। ਤਾਂ
ਇਸ ਸਾਰੇ ਬੰਦੇ ਜਿਹੜੇ ਹੈਗੇ ਨੇ ਪੰਜਾਬੀ ਦੇ ਮੁੱਢਲੇ ਵਾਰਤਕਕਾਰ ਨੇ, ਇਹਨਾਂ ਨੇ ਜਿਹੜੇ ਹੈਗੇ ਨੇ ਅਲੱਗ-ਅਲੱਗ ਜਿਹੜੇ ਆਪਣੇ ਲੇਖ ਨੇ, ਜਿਹੜੇ ਜ਼ਿੰਦਗੀ ਦੇ ਅਲੱਗ-ਅਲੱਗ ਪਹਿਲੂਆਂ ਨੂੰ ਲੈ ਕੇ, ਅਲੱਗ-ਅਲੱਗ ਵਿਸ਼ਿਆਂ ਨੂੰ ਲੈ ਕੇ ਆਪਣੇ ਜਿਹੜੇ ਉਹ ਲੇਖ ਲਿਖੇ ਨੇ। ਸੋ ਇੱਥੇ ਸਾਡਾ ਜਿਹੜਾ ਅੱਜ ਦਾ ਵਿਖਿਆਨ ਸੀ ਉਹ ਸਮਾਪਤ ਹੈਗਾ। ਤੋ ਸਾਡਾ ਜਿਹੜਾ ਅਸੀਂ ਇੱਥੇ ਨਾਟਕ ਦੀ ਤੇ ਵਾਰਤਕ ਦੀ, ਖਾਸ ਕਰਕੇ ਪੁਰਾਤਨ ਵਾਰਤਕ ਦਾ ਮੁਕਤਸਰ ਰੂਪ ਦੇ ਵਿੱਚ ਚਰਚਾ ਕਰਨ ਦਾ ਯਤਨ ਕੀਤਾ ਹੈ। ਸੋ ਮੈਨੂੰ ਆਸ ਹੈ ਕਿ ਤੁਸੀਂ ਇਸ ਸਾਡੇ ਵਿਖਿਆਨ ਤੋਂ ਜ਼ਰੂਰ ਲਾਹੇਵੰਦ ਹੋਵੋਗੇ। ਸੋ ਧੰਨਵਾਦ।